सतनाम श्री वाहेगुरु साहिब जी। काशी प्रीतिये की सुनत संपत के सब बैन। ਜਿਹੜੀ ਪ੍ਰਿਥੀ ਚੰਦ ਦੀ ਦਾਸੀ ਹੈ, ਜਿਹਨੇ ਜਾ ਕੇ ਦੱਸਿਆ ਵੀ ਉਹਨਾਂ ਘਰ ਬੜਾ ਕੁਛ ਆਇਆ ਹੈ, ਉਹਨਾਂ ਦੇ ਜਦੋਂ ਐਸੇ ਵਚਨ ਸੁਣੇ ਤੇ ਉੱਥੇ ਖੜੀ ਹੀ ਉਹਨਾਂ ਦੇ ਵਚਨ ਸੁਣ ਰਹੀ ਹੈ। ਮਨ ਪ੍ਰਸੰਨ ਅਤ ਵੀ ਭਈ ਕਰ ਵਿਚਾਰ ਦਿਨ ਰਹਿਨ। ਆਪਣੇ ਮਨ ਦੇ ਵਿੱਚ ਵਿਚਾਰ ਕਰਦੀ ਬੜੀ ਪ੍ਰਸੰਨ ਹੋਈ, ਕਿਉਂਕਿ ਉਹਦੇ ਮਨ ਨੂੰ ਦਿਲਾਸਾ ਮਿਲ ਗਿਆ ਨਾ। ਪਰ ਸਾਧ ਸੰਗਤ ਮਨੁੱਖ ਨਾ ਸਾਰਾ ਦਿਨ ਆਪਣੇ ਮਨ ਨੂੰ ਪਤਾ ਵੀ ਕਿਵੇਂ ਰੋਕਦਾ, ਝੂਠੇ ਦਿਲਾਸੇ ਦੇਈ ਜਾਂਦਾ ਰੋਜ਼ ਰੋਜ਼। ਮੈਂ ਸਵੇਰੇ ਵੀ ਇਹ ਬੇਨਤੀ ਕੀਤੀ ਸੀ, ਜਿਵੇਂ ਇਹ ਮਹਾਮਾਰੀ ਦਿੱਲੀ ਚੱਲ ਰਹੀ ਹੈ ਨਾ, ਜਦੋਂ ਦਿੱਲੀ ਚੱਲ ਰਹੀ ਸੀ ਇੱਥੇ ਬੈਠਾ ਮਨੁੱਖ ਪਤਾ ਕੀ ਦਿਲਾਸੇ ਦੇ ਰਿਹਾ ਸੀ, ਦਿੱਲੀ 'ਚ ਹੀ ਹੈ, ਸਾਡੇ ਕਿਹੜਾ ਕੁੜੀ ਹੈਗੀ ਹੈ। ਇਹ ਦਿਲਾਸਾ ਹੈ, ਕਿਉਂਕਿ ਮਨ ਡਰ ਜਾਂਦਾ ਹੈ ਨਾ, ਫਿਰ ਮਨ ਨੂੰ ਦਿਲਾਸਾ ਵੀ ਤਾਂ ਦੇਣਾ ਹੈ ਕਿਸੇ ਤਰੀਕੇ ਨਾਲ। ਫਿਰ ਥੋੜ੍ਹੀ ਜਿਹੀ ਕਰਨਾਲ ਵਿੱਚ ਆ ਗਈ, ਚਲੋ ਇੱਥੇ ਕਿਹੜਾ ਹੈਗੀ ਹੈ, ਫਿਰ ਦਿਲਾਸਾ, ਉਹਨੂੰ ਝੂਠਾ ਦਿਲਾਸਾ। ਉਹਨੂੰ ਇਹ ਨਹੀਂ ਕਹਿਣਾ ਵੀ ਮਨਾ ਤੂੰ ਬਲਵਾਨ ਹੋ, ਕੋਈ ਗੱਲ ਨਹੀਂ, ਕੋਈ ਤੇਰੇ ਕੋਲ ਹੀ ਥੋੜ੍ਹੀ ਨਾ ਆਉਣੀ ਹੈ, ਕੀ ਪਤਾ ਹੈ। ਜੇ ਸ਼ਹਿਰ ਵਿੱਚ ਆ ਗਈ ਫਿਰ ਦਿਲਾਸਾ ਦੇ ਦੇਣਾ ਹੈ, ਚੱਲ ਤੇਰੇ ਕਿਹੜਾ ਮੁਹੱਲੇ 'ਚ ਹੈਗੀ ਹੈ। ਮਨ ਤਾਂ ਡਰ ਜਾਂਦਾ ਹੈ ਨਾ, ਅਤੇ ਮਨ ਨੂੰ ਫਿਰ ਦਿਲਾਸਾ ਦੇ ਦੇਣਾ। ਸਾਰਾ ਦਿਨ ਮਨੁੱਖ ਆਪਣੇ ਮਨ ਨੂੰ ਝੂਠੇ ਦਿਲਾਸੇ ਦਿੰਦਾ ਰਹਿੰਦਾ ਸਾਰਾ ਦਿਨ। ਅੱਜ ਦੁਖੀ ਹੈ, ਉਹਨੂੰ ਦਿਲਾਸਾ ਦੇ, ਕੋਈ ਨਹੀਂ ਕੱਲ੍ਹ ਨੂੰ ਸੁਖੀ ਹੋ ਜਾਵਾਂਗੇ। ਅੱਜ ਤੇਰੇ ਕੋਲ ਦੌਲਤ ਘੱਟ ਹੈ ਨਾ, ਕੋਈ ਗੱਲ ਨਹੀਂ, ਦਿਨ ਅੱਗੇ ਆਉਣੇ ਹੀ ਨੇ, ਫਿਰ ਸੁਖੀ ਹੋ ਜਾਵਾਂਗੇ। ਜਿਹੜਾ ਮਨੁੱਖ ਪਰਮੇਸ਼ਰ ਤੋਂ ਟੁੱਟਾ ਹੈ ਨਾ, ਉਹ ਰੋਜ਼ ਰੋਜ਼ ਇਹੀ ਦਿਲਾਸੇ ਦਿੰਦਾ ਆਪਣੇ ਮਨ ਨੂੰ ਝੂਠੇ, ਕੱਲ੍ਹ ਨੂੰ ਸੁੱਖ, ਕੱਲ੍ਹ ਨੂੰ ਸੁੱਖ। ਜਿਹੜਾ ਪਰਮੇਸ਼ਰ ਨਾਲ ਜੁੜ ਗਿਆ ਹੈ ਨਾ, ਉਹ ਕੱਲ੍ਹ 'ਤੇ ਜਾਂਦਾ ਹੀ ਨਹੀਂ, ਅੱਜ ਵਿੱਚ ਖਲੋ ਜਾਂਦਾ। ਕੱਲ੍ਹ ਦੀ ਕੱਲ੍ਹ ਵੇਖਾਂਗੇ, ਕੀ ਪਤਾ ਲੱਗਦਾ ਕੱਲ੍ਹ ਦੁਨੀਆ ਕੈਸੀ ਹੋਣੀ ਹੈ। ਕੱਲ੍ਹ ਨੂੰ ਸੂਰਜ ਚੜ੍ਹਨਾ, ਇੱਕ ਚੱਕਰ ਮਾਰ ਕੇ ਹੀ ਚੜ੍ਹੇਗਾ ਨਾ, ਧਰਤੀ ਨੇ ਇੱਕ ਚੱਕਰ ਕੱਟਣਾ ਹੈ, ਫਿਰ ਇੱਕ ਚੱਕਰ 'ਤੇ ਬੜਾ ਕੁਝ ਬਦਲ ਜਾਣਾ ਹੈ। ਅਸੀਂ ਆਪਣੇ ਆਪ ਸੋਚ ਰਹੇ ਕੁਛ ਨਹੀਂ ਬਦਲੇਗਾ, ਬਹੁਤ ਕੁਝ ਬਦਲ ਜਾਂਦਾ ਹੈ। ਮਿੰਟਾਂ ਵਿੱਚ ਬਦਲ ਰਹੀ ਹੈ ਧਰਤੀ 'ਤੇ, ਮਨੁੱਖ ਦੀ ਸੋਚ ਬਦਲ ਰਹੀ ਹੈ, ਸੈਕਿੰਡਾਂ ਵਿੱਚ ਬਦਲ ਰਹੀ ਹੈ। ਪਰ ਮਨੁੱਖ ਆਪਣੇ ਆਪ ਨੂੰ ਦਿਲਾਸਾ ਦਿੰਦਾ ਰਹਿੰਦਾ ਸਾਰਾ ਦਿਨ, ਕੋਈ ਨਹੀਂ, ਅੱਜ ਠੀਕ ਨਹੀਂ ਹੈ, ਕੱਲ੍ਹ ਨੂੰ ਠੀਕ ਹੋ ਜਾਏਗਾ, ਕੱਲ੍ਹ ਨੂੰ ਨਹੀਂ ਹੈ, ਪਰਸੋਂ ਠੀਕ ਹੋ ਜਾਏਗਾ। ਦਿਲਾਸਾ ਨਹੀਂ ਦੇਣਾ, ਵਿਸ਼ਵਾਸ ਵਿੱਚ ਆ ਜਾਣਾ ਹੈ, ਜੋ ਪਰਮਾਤਮਾ ਕਰ ਰਿਹਾ ਹੈ, ਠੀਕ ਕਰ ਰਿਹਾ ਹੈ, ਇਹਨੂੰ ਦਿਲਾਸਾ ਦੇਣਾ ਹੈ। ਫਿਰ ਮਨੋਂ ਅੱਜ ਵਿੱਚ ਹੀ ਖੁਸ਼ ਹੋ ਜਾਏਗਾ। ਫਿਰ ਕਹੇਗਾ ਜੋ ਤੁਧ ਭਾਵੈ ਸਾਈ ਭਲੀ ਕਾ। ਇਹਨੂੰ ਮਨ ਨੂੰ ਇਹ ਸਮਝਾਉਣਾ ਹੈ, ਮਨਾ ਤੂੰ ਪਰਮਾਤਮਾ ਤੋਂ ਵੱਡਾ ਨਹੀਂ ਹੈ। ਉਹ ਇਸ ਦੁਨੀਆ ਨੂੰ ਚਲਾ ਰਿਹਾ ਹੈ, ਸਹੀ ਚਲਾ ਰਿਹਾ ਹੈ, ਉਹਨੂੰ ਪਤਾ ਹੈ, ਉਹਨੂੰ ਗਿਆਨ ਹੈ ਸਾਰਾ। ਬ੍ਰਹਮੰਡ ਚਲਾ ਰਿਹਾ ਹੈ, ਖੰਡ ਚਲਾ ਰਿਹਾ, ਸੂਰਜ ਚਲਾ ਰਿਹਾ, ਚੰਦਰਮਾ। ਸਾਸੰਗ ਅਸੀਂ ਤੇ ਬੈਠੇ ਹਾਂ ਨਾ ਧਰਤੀ 'ਤੇ, ਵਿਗਿਆਨੀ ਕਹਿੰਦੇ ਨੇ ਵੀ ਇੰਨੀ ਤੇਜ਼ ਘੁੰਮਦੀ ਹੈ ਨਾ ਧਰਤੀ 'ਤੇ ਸੂਰਜ, ਜੇ ਕਿਤੇ ਇੱਕ ਸੈਕਿੰਡ ਵੀ ਉਰਾ ਪਰਾ ਹੋ ਗਏ ਨਾ, ਇਹ ਇੱਕਦਮ ਸਭ ਕੋ ਵਿਨਾਸ਼ ਹੋ ਜਾਣਾ। ਇੱਕ ਸੈਕਿੰਡ ਵੀ, ਉਹ ਤਾਂ ਮਿਲੀ ਸੈਕਿੰਡ ਦੀ ਗੱਲ ਕਰਦੇ ਨੇ, ਸੈਕਿੰਡ ਦਾ ਵੀ 1000ਵਾਂ ਹਿੱਸਾ। ਇੱਥੇ ਸੈਕਿੰਡ ਵੀ ਧਰਤੀ ਉਰਾ ਪਰਾ ਹੋ ਗਈ ਨਾ, ਇੱਥੇ ਕੁਛ ਨਹੀਂ ਬਚਣਾ। ਜਿਹੜੇ ਪਰਮਾਤਮਾ ਨੇ ਇੰਨੀ ਸੰਜੀਦਗੀ ਨਾਲ ਧਰਤੀ ਦੇ ਸੂਰਜ ਨੂੰ ਬਰਾਬਰ ਸਪੀਡ 'ਤੇ ਚਲਾਇਆ ਹੋਇਆ ਹੈ, ਔਰ ਏਡੇ ਵੱਡੇ ਪ੍ਰਯੋਜਨ ਨੂੰ, ਏਡਾ ਵੱਡਾ ਸੂਰਜ, ਏਡੀ ਵੱਡੀ ਧਰਤੀ, ਏਡੇ ਵੱਡੇ ਗ੍ਰਹਿ। ਔਰ ਜਿਵੇਂ ਆਪਾਂ ਇੱਥੇ ਬੈਠੇ ਹਾਂ ਨਾ, ਵੀ ਕਈ ਮਨੁੱਖ ਫਿਰ ਰਹੇ ਹਾਂ, ਇਸੇ ਧਰਤੀ ਦੇ ਨੇੜੇ ਤੇੜੇ ਕਈ ਤਾਰੇ ਵੀ ਫਿਰ ਰਹੇ ਨੇ, ਪਰ ਇੱਕ ਦੂਜੇ 'ਚ ਟਕਰਾਉਂਦੇ ਹੀ ਨਹੀਂ। ਅਤੇ ਇੱਕ ਹੋਰ ਯਾਦ ਰੱਖਣਾ, ਧਰਤੀ ਦੇ ਤਾਰੇ ਸਾਡੇ ਨੇੜੇ ਤੇੜੇ ਹੀ ਨੇ, ਕਿਉਂਕਿ ਅਸੀਂ ਧਰਤੀ ਦੇ ਉੱਤੇ ਬੈਠੇ ਹਾਂ ਨਾ। ਜੇ ਕਿਤੇ ਉੱਤੋਂ ਧਰਤੀ ਤੋਂ ਆ ਕੇ ਕੁਛ ਡਿੱਗੇ ਨਾ, ਤਾਂ ਸਿੱਧਾ ਸਾਡੇ ਉੱਤੇ ਹੀ ਡਿੱਗਣਾ ਹੈ। ਧਰਤੀ ਦੇ ਉੱਤਲੇ ਹਿੱਸੇ 'ਤੇ ਬੈਠੇ ਹਾਂ ਅਸੀਂ, ਧਰਤੀ ਦੇ ਵਿੱਚ ਨਹੀਂ ਬੈਠੇ, ਅਸੀਂ ਉੱਤੇ ਬੈਠੇ ਹਾਂ। ਏਡਾ ਵੱਡਾ ਪਰਮਾਤਮਾ ਏਡੇ ਕਰੋੜਾਂ ਬ੍ਰਹਮੰਡਾਂ ਨੂੰ ਚਲਾ ਰਿਹਾ ਹੈ। ਮੈਂ ਕਈ ਵਾਰੀ ਬੇਨਤੀ ਕਰਦਾ, ਲੱਖਾਂ ਜੂਨੀਆਂ ਨੇ, ਔਰ ਇੱਕ ਇੱਕ ਜੂਨੀ ਦੇ ਵਿੱਚ ਅਰਬਾਂ ਹੀ ਜੀਵ ਨੇ, ਜਿਨ੍ਹਾਂ ਦੀ ਗਿਣਤੀ ਨਹੀਂ। ਹਰੇਕ ਜੀਵ ਨੂੰ ਸਮੇਂ 'ਤੇ ਰਾਸ਼ਨ ਮਿਲਦਾ ਹੈ, ਸਾਰਿਆਂ ਨੂੰ ਹੀ। ਇੱਕ ਸ਼੍ਰੇਣੀ ਹੈ, ਮਤਲਬ ਇੱਕ ਜੂਨੀ ਹੈ, ਮਨੁੱਖਾ ਜੂਨੀ ਹੈ। ਇਹਦੇ ਵਿੱਚ 6 ਅਰਬ ਲੋਕੀ ਨੇ। 6 ਅਰਬ ਨੂੰ ਕਿਵੇਂ ਸੰਭਾਲਣਾ, ਕਿਵੇਂ ਜਨਮ ਦੇਣਾ ਹੈ, ਕਿਹੜੇ ਘਰ ਵਿੱਚ ਦੇਣਾ ਹੈ, ਕਿਵੇਂ ਉਹਦੀ ਮਾਂ ਹੋਏਗੀ, ਕੈਸਾ ਉਹਦਾ ਪਿਤਾ ਹੋਏਗਾ, ਕੈਸੀ ਉਹਦੀ ਸਿੱਖਿਆ ਹੋਏਗੀ, ਕਿੱਡਾ ਉਹਨੇ ਪਹਿਲਾਂ ਹੀ ਜੋੜ ਤੋੜ ਲਾਇਆ ਸਾਰਾ। ਫਿਰ ਉਹ ਤੋਂ ਸਿਆਣਾ ਤਾਂ ਨਹੀਂ ਮਨੁੱਖ ਹੋ ਸਕਦਾ।
ਇਸ ਕਰਕੇ ਪ੍ਰਮਾਤਮਾ ਦੇ ਅੱਗੇ ਅਸੀਂ ਅਰਦਾਸ ਕਰ ਸਕਦੇ ਹਾਂ, ਹੁਕਮ ਨਹੀਂ ਕਰ ਸਕਦੇ ਉਹਨੂੰ। ਅਰਦਾਸ ਮੰਨਣੀ ਨਾ ਮੰਨਣੀ ਉਹਦੀ ਮਰਜ਼ੀ ਹੈ, ਉਹ ਆਪਣੀ ਮਰਜ਼ੀ ਦਾ ਮਾਲਕ ਹੈ ਨਾ, ਉਹ ਖੁਦਾ ਹੈ। ਖੁਦਾ ਦਾ ਮਤਲਬ ਹੁੰਦਾ ਜਿਹੜਾ ਖੁਦ ਦਾ ਮਾਲਕ ਹੋਏ, ਉਹ ਖੁਦਾ ਹੈ, ਮਾਲਕ ਹੈ ਆਪਣਾ, ਆਪਣੀ ਮਰਜ਼ੀ ਕਰਦਾ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਵਜੀਦ ਕਹਿੰਦਾ ਹੈ, ਪੰਜਾਬ ਦਾ ਸ਼ਾਇਰ, ਕਹਿੰਦੇ ਵਜੀਦ ਪ੍ਰਮਾਤਮਾ ਨੂੰ ਨਹੀਂ ਕਿਹਾ ਜਾ ਸਕਦਾ ਕਿਵੇਂ ਕਰਨਾ ਹੈ। ਉਹ ਕੀ ਕਰਦਾ ਹੈ, ਕਹਿੰਦੇ ਕਈ ਵਾਰੀ ਸਿਆਣਾ ਕਰੇ ਮਜ਼ਦੂਰੀ, ਮੂਰਖ ਦੇ ਜਾਏ ਘਰ। ਵਜੀਦਾ ਕੌਣ ਸਾਹਿਬ ਨੂੰ ਆਖੇ, ਤੂੰ ਇੰਜ ਨਾ ਇੰਜ ਕਰ। ਗਊਆਂ ਦੇਵੇ ਘਾਹ, ਮਲੀਦਾਂ ਕੁੱਤਿਆਂ, ਜਾਗਦਿਆਂ ਦੀ ਖੋ ਦੇਵੇ ਸੁੱਤਿਆਂ। ਸਿਆਣਾ ਕਰੇ ਮਜ਼ਦੂਰੀ, ਮੂਰਖ ਦੇ ਜਾਏ ਘਰ। ਵਜੀਦਾ ਕੌਣ ਸਾਹਿਬ ਨੂੰ ਆਖੇ, ਤੂੰ ਇੰਜ ਨਾ ਇੰਜ ਕਰ। ਰੱਬ ਨੂੰ ਕੌਣ ਆਖੇ। ਕਹਿੰਦੇ ਜਿਹੜੇ ਜਾਗਦੇ ਹੁੰਦੇ ਨੇ ਨਾ, ਉਹਨਾਂ ਦੀ ਖੋਹ ਕੇ ਜਿਹੜੇ ਬੜੇ ਸਿਆਣੇ ਹੁੰਦੇ ਨੇ ਉਹਨਾਂ ਤੋਂ ਰੋਟੀ ਖੋਹ ਲੈਂਦਾ, ਜਿਹੜੇ ਕੰਮ ਹੀ ਨਹੀਂ ਕਰਦੇ ਉਹਨਾਂ ਨੂੰ ਫੜਾ ਦਿੰਦਾ। ਜਾਗਦਿਆਂ ਦੀ ਖੋਹ ਦੇਵੇ ਸੁੱਤਿਆਂ। ਇੱਕ ਜਾਗੰਦੇ ਮਹਾਰਾਜ ਬਾਣੀ ਦੇ ਵਿੱਚ ਹੀ ਕਹਿੰਦੇ ਨੇ, ਕਹਿੰਦੇ ਇੱਕ ਸੁੱਤੇ ਰਹਿੰਦੇ ਨੇ, ਇੱਕ ਉਹਨਾਂ ਦੇ ਉੱਤੇ ਪਹਿਰਾ ਦਿੰਦੇ ਖਲੋਤੇ ਰਹਿੰਦੇ ਨੇ। ਉਹਦੀ ਕਲਾ ਹੈ, ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ। ਇੱਕ ਨੀ ਦੁੱਧ ਸਮਾਈਏ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਣ, ਇੱਕ ਉੱਪਰ ਰਹਿਣ ਖੜੇ। ਉਹਦੀ ਮਰਜ਼ੀ ਹੈ। ਇਸ ਕਰਕੇ ਆਪਣੇ ਮਨ ਵਿੱਚ ਪ੍ਰਸੰਨ ਹੋ ਗਈ ਦਾਸੀ। ਦੋਵੇਂ ਪਤੀ ਪਤਨੀ ਵੀ ਪ੍ਰਸੰਨ ਹੋ ਗਏ। ਕਿਉਂ? ਇਹਨਾਂ ਦੇ ਘਰ ਕਿਹੜਾ ਪੁੱਤ ਹੋਣਾ ਹੈ। ਆਪਣੇ ਮਨ ਨੂੰ ਝੂਠਾ ਦਿਲਾਸਾ ਉਹਨਾਂ ਨੇ ਦੇ ਲਿਆ ਹੈ। ਸ੍ਰੀ ਗੁਰ ਅਰਜਨ ਕੀ ਹੁੰਦੀ, ਇੱਕ ਦਾਸੀ ਬੁੱਧਵਾਨ। ਸ਼੍ਰੀ ਅਰਜਨ ਸਾਹਿਬ ਜੀ ਗੁਰੂ ਸਾਹਿਬ ਜੀ ਦੀ ਇੱਕ ਦਾਸੀ ਹੈ, ਉਹ ਬੜੀ ਹੀ ਬੁੱਧੀ ਵਾਲੀ ਹੈ। ਤੇਸ ਕਹਿਓ ਪ੍ਰਸੰਗ ਸਭ, ਜਿਤਨਾ ਕੀਨ ਬਖਾਨ। ਹੁਣ ਜਿਹੜੀ ਪ੍ਰੀਤੀ ਚੰਦ ਜੀ ਦੀ ਦਾਸੀ ਹੈ ਨਾ, ਉਹਨੇ ਜਾ ਕੇ ਉਹ ਸਾਰੀ ਗੱਲ ਗੁਰੂ ਅਰਜਨ ਸਾਹਿਬ ਜੀ ਦੀ ਦਾਸੀ ਨੂੰ ਦੱਸ ਦਿੱਤੀ। ਕਿਉਂਕਿ ਇਹ ਅਕਸਰ ਇਹ ਹੁੰਦਾ ਜ਼ਿੰਦਗੀ ਵਿੱਚ, ਮੈਨੂੰ ਕਿ ਇੱਕ ਤੋਂ ਗੱਲ ਸੁਣਦਾ ਨਾ, ਉਹਨੂੰ ਕਹਿ ਕੇ ਹਟਦਾ ਵੀ ਦੂਜੇ ਨੂੰ ਨਾ ਦੱਸੇ, ਬਸ ਤੇਰੇ ਅੱਗੇ ਕਰ ਦਿੱਤੀ, ਅਗਲੇ ਨੂੰ ਨਾ ਦੱਸੇ। ਉਹਨੇ ਉਹਨੂੰ ਕਹਿ ਦੇਣਾ, ਉਹ ਅਗਲੇ ਨੇ ਸੁਣ ਕੇ ਅਗਲੇ ਨੂੰ ਕਹਿ ਦੇਣਾ, ਤੈਨੂੰ ਹੀ ਦੱਸ ਦਿੱਤੀ ਹੈ, ਬਸ ਅਗਲੇ ਨੂੰ ਨਾ ਕਰੀ। ਅਗਲੇ ਨੇ ਸੁਣ ਲੈਣੀ, ਉਹਨੇ ਅਗਲੇ ਨੂੰ ਕਹਿ ਦੇਣਾ, ਤੈਨੂੰ ਦੱਸ ਦਿੱਤੀ ਹੈ, ਤੂੰ ਅਗਲੇ ਨੂੰ ਨਾ ਕਰੀ। ਇਸ ਕਰਕੇ ਨਾ ਸ਼ੇਖ ਸਾਦੀ ਕਹਿੰਦਾ ਹੈ, ਐਵੇਂ ਗੱਲ, ਕਹਿੰਦੇ ਗੱਲ ਮੂੰਹ ਚੋਂ ਨਿਕਲੀ ਕਦੇ ਰੁਕੀ ਨਹੀਂ ਰਹਿੰਦੀ। ਕਹਿੰਦੇ ਜਿਵੇਂ ਝਰਨਿਆਂ ਦੇ ਵਿੱਚੋਂ ਪਾਣੀ ਨਿਕਲਦਾ ਹੈ ਨਾ, ਜਿੱਥੋਂ ਨਿਕਲਦਾ ਹੈ ਉੱਥੋਂ ਇੱਕ ਵਾਰੀ ਪਾਣੀ ਨਿਕਲ ਗਿਆ, ਕਿਤੇ ਰੁਕ ਜਾਏਗਾ। ਕਹਿੰਦੇ ਜੇ ਝਰਨੇ ਦੇ ਪਾਣੀ ਨੂੰ ਰੋਕਣਾ ਨਾ, ਜਿੱਥੋਂ ਨਿਕਲਦਾ ਉੱਥੋਂ ਹੀ ਬੰਦ ਕਰ ਦੇ, ਬਸ ਤਾਂ ਰੁਕੇਗਾ ਉਹ। ਜੇ ਗੱਲ ਇਸ ਜ਼ੁਬਾਨ ਤੋਂ ਬਾਹਰ ਆਈ ਤੇ ਦੂਜੇ ਨੂੰ ਦੱਸੀ, ਉਹਨੇ ਕਹਿਣਾ ਆਪਾਂ ਉਹਨੂੰ ਕਹਿ ਦੇਣੀ ਆ ਵੀ ਤੈਨੂੰ ਦੱਸਦੀ, ਅੱਗੇ ਨਾ ਦੱਸੀ, ਉਹਨੇ ਅਗਲੇ ਨੂੰ ਪਕੜ ਲੈਣੀ। ਹੁਣ ਇਹ ਦਾਸੀ ਹੈ ਜਿਹੜੀ, ਇਹਨੇ ਵੀ ਇਵੇਂ ਕੀਤਾ। ਉਹਨਾਂ ਤੋਂ ਗੱਲ ਸੁਣ ਲਈ ਤੇ ਜਾ ਕੇ ਗੁਰੂ ਅਰਜਨ ਸਾਹਿਬ ਜੀ ਦੇ ਜਿਹੜੇ ਘਰ ਕੰਮ ਕਰਦੀ ਹੈ ਬੀਬੀ, ਉਹਨੂੰ ਦੱਸ ਦਿੱਤੀ ਹੈ। ਪ੍ਰਿਥੀਏ ਨਿਜ ਤੀਏ ਨਿਕਟ ਹੋਏ, ਗੁਰ ਅਰਜਨ ਪਰ ਕੋਪ। ਕਹਿੰਦੇ ਪ੍ਰਿਥੀਏ ਨੇ ਆਪਣੀ ਇਸਤਰੀ ਪਾਸ, ਦਾਸੀ ਕਹਿੰਦੀ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਤੇ ਬੜਾ ਹੀ ਕ੍ਰੋਧ ਕੀਤਾ ਹੈ। ਦਿਓ ਸਰਾਪ ਸੁਤ ਹੋਏ ਨਹਿ, ਇਹ ਰਾਖੋ ਉਰ ਗੋਪ। ਕਹਿੰਦੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਇਹ ਮਾੜਾ ਬਚਨ ਬੋਲਿਆ। ਵੇਖੋ, ਮਾੜਾ ਬਚਨ ਬੋਲਣ ਦਾ ਮਤਲਬ ਵੀ ਸਰਾਪ ਹੀ ਹੁੰਦਾ ਹੈ। ਵੀ ਇਹ ਗੱਲ ਕਹੀ ਹੈ ਵੀ ਉਹਨਾਂ ਦੇ ਘਰ 'ਤੇ ਕਦੀ ਪੁੱਤਰ ਨਹੀਂ ਹੋਣਾ, ਪਰ ਇਹ ਜਿਹੜੀ ਗੱਲ ਹੈ ਨਾ, ਤੂੰ ਆਪਣੇ ਕੋਲ ਹੀ ਰੱਖਣੀ ਹੈ। ਉਹਨੂੰ ਕਹਿ ਦਿੱਤਾ, porque ਇਹ ਜਿਹੜੀ ਗੱਲ ਹੈ ਇਹ ਕਿਸੇ ਹੋਰ ਨੂੰ ਨਹੀਂ ਦੱਸਣੀ ਹੈ। ਸਕਲ ਪਦਾਰਥ ਹਮ ਲਹੈ, ਜਬ ਗੁਰ ਮ੍ਰਿਤ ਕੋ ਪਾਏ। ਨਾਲ ਹੀ ਆਪਣੇ ਮਨ ਨੂੰ ਪ੍ਰਿਥੀ ਚੰਦ ਜੀ ਨੇ ਦਿਲਾਸਾ ਵੀ ਦਿੱਤਾ ਹੈ, ਜਦੋਂ ਗੁਰੂ ਅਰਜਨ ਸਾਹਿਬ ਜੀ ਦੁਨੀਆ ਤੋਂ ਚਲੇ ਜਾਣਗੇ ਨਾ, ਇਹਨਾਂ ਦੇ ਘਰ ਦੇ ਵਿੱਚ ਜਿਹੜੇ ਵੀ ਪਦਾਰਥ ਨੇ ਉਹ ਸਾਰੇ ਹੀ ਅਸੀਂ ਰੱਖ ਲਵਾਂਗੇ। ਗੁਰ ਆਈ ਕੋ ਲੈ ਤਬ, ਚਿੰਤਾ ਕਰੋ ਨ ਕਾਏ। ਆਪਣੀ ਘਰ ਦੀ ਨੂੰ ਨਾਲੇ ਕਿਹਾ ਪ੍ਰਿਥੀ ਚੰਦ ਜੀ ਨੇ, ਅਸੀਂ ਗੁਰਿਆਈ ਨੂੰ ਵੀ ਪ੍ਰਾਪਤ ਕਰਾਂਗੇ, ਇਸ ਕਰਕੇ ਤੁਹਾਨੂੰ ਆਪਣੇ ਮਨ ਵਿੱਚ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਹੋਣਹਾਰ ਨਿਸ਼ਚੈ ਇਹੀ,
ਜਾਨੀ ਜਾਤ ਸੋ ਬਾਤ। ਕਹਿੰਦੇ ਉਹਨਾਂ ਨੇ ਆਪਣੇ ਦਲ ਵਿੱਚ ਇਹ ਗੱਲ ਜਿਹੜੀ ਪੱਕੀ ਹੈ, ਪੱਕੀ ਕਰਕੇ ਜਾਣ ਲਈ ਹੈ। ਬੀਤੇ ਸਮਤ ਬਹੁਤ ਹੀ ਨੈ ਜਨਮਿਓ ਗ੍ਰਹਿ ਤਾਤ। ਬੜੇ ਸਾਲ ਬੀਤ ਗਏ ਨੇ, ਉਹਨਾਂ ਦੇ ਘਰ ਵਿੱਚ ਕਿਸੇ ਵੀ ਪੁੱਤਰ ਧੀ ਨੇ ਜਨਮ ਨਹੀਂ ਲਿਆ। ਫਿਰ ਇੱਥੋਂ ਤੇ ਇਹੀ ਸਪਸ਼ਟ ਹੁੰਦਾ ਹੈ ਵੀ ਉਹਨਾਂ ਘਰ ਪੁੱਤਰ ਨੇ ਜਨਮ ਲੈਣਾ ਹੀ ਨਹੀਂ ਹੈ। ਇਸ ਕਰਕੇ ਕਹਿੰਦੇ ਹਨ ਉਹਨਾਂ ਦੇ ਘਰ ਦਾ ਸਾਰਾ ਸਮਾਨ ਹੀ ਸਾਡੇ ਘਰ ਆ ਜਾਣਾ ਹੈ। ਜਾਂ ਤੇ ਮਾਲਕ ਇਹੀ ਹੈ ਗੁਰਤਾ ਜੁਤ ਘਰ ਬਾਰ। ਇਸ ਕਰਕੇ ਇਸ ਘਰ-ਬਾਰ ਦੇ ਮਾਲਕ ਅਸੀਂ ਹੀ ਹਾਂ ਔਰ ਇਸ ਗੁਰਿਆਈ ਦੇ ਮਾਲਕ ਵੀ ਅਸੀਂ ਹੀ ਰਹਿਣਾ ਹੈ। ਮੈਂ ਅਰਪਣ ਕੋ ਪ੍ਰਾਪਤੀ ਦੇਖੋ ਹਿਰਦੈ ਵਿਚਾਰ। ਆਪਣੇ ਹਿਰਦੇ ਵਿੱਚ ਵਿਚਾਰ ਕਰ ਲੈਣੀ, ਇਹ ਕਿਸੇ ਹੋਰ ਨੂੰ ਨਹੀਂ ਮਿਲੇਗਾ। ਐਸੀਆਂ ਗੱਲਾਂ ਉਹਨਾਂ ਨੇ ਕੀਤੀਆਂ। ਸਾਧ ਸੰਗਤ ਮਨੁੱਖ ਕਰਦਾ ਵੀ ਇਵੇਂ ਹੀ ਹੈ। ਮਨੁੱਖ ਦੇ ਮਨ ਦੀ ਭਾਵਨਾ ਹੀ ਐਸੀ ਹੈ। ਅਸੀਂ ਕਈ ਵਾਰ ਵੇਖਦੇ ਇਹ ਕਰੋਨੇ ਦਾ ਸਮਾਂ ਚੱਲ ਰਿਹਾ ਹੈ ਨਾ, ਮਨੁੱਖ ਆਪਣੇ ਮਨ ਦੇ ਵਿੱਚ ਇਹੀ ਆਸਾਂ ਲਾਈ ਬੈਠਾ ਹੈ, ਕਈ ਤਰੀਕੇ ਦੀਆਂ ਆਸਾਂ ਲਾਈ ਬੈਠਾ ਹੈ। ਜਿਵੇਂ ਉਹ ਆਪਣੇ ਅੰਦਰ ਆਸਾਂ ਲਾ ਲਈਆਂ ਫਲਾਣੇ ਨੇ ਚਲਾ ਜਾਣਾ ਹੈ, ਅਸੀਂ ਰਹਿ ਜਾਣਾ ਹੈ। ਹੁਣ ਉਹਨਾਂ ਨੂੰ ਥੋੜ੍ਹੀ ਨਾ ਪਤਾ ਕਿ ਤਾਂ ਉਹਨਾਂ ਨੇ ਪਹਿਲਾਂ ਜਾਣਾ ਹੋਏ, ਕਿਉਂਕਿ ਸਾਧ ਸੰਗਤ ਜਨਮ ਤੇ ਮ੍ਰਿਤਿੂ ਇਹ ਮਨੁੱਖ ਦੇ ਹੱਥ ਵਿੱਚ ਨਹੀਂ ਹੈ। ਇਸ ਕਰਕੇ ਸਾਧ ਸੰਗਤ ਬਾਣੀ ਤੇ ਇੱਥੋਂ ਤੋਂ ਹੀ ਕਹਿੰਦੀ ਹੈ, ਜਿਸ ਦਿਨ ਮਨੁੱਖ ਦੀ ਮ੍ਰਿਤਿੂ ਆਣੀ ਹੁੰਦੀ ਹੈ ਨਾ, ਜਿੰਨੀਆਂ ਮਰਜ਼ੀ ਸਿਆਣਪਾਂ ਵਰਤ ਲਵੇ, ਮ੍ਰਿਤਿੂ ਨੂੰ ਨਹੀਂ ਰੋਕ ਸਕਦਾ। ਜਿਸ ਦਿਨ ਸਰੀਰ ਨੇ ਜਾਣਾ ਹੈ ਉਹਨੂੰ ਰੋਕਿਆ ਨਹੀਂ ਜਾ ਸਕਦਾ। ਭਾਵੇਂ ਇਹ ਕਰੋਨਾ ਦਾ ਕਾਲ ਹੈ, ਲੋਕੀ ਸੋਚਦੇ ਨੇ ਫਲਾਣਾ ਚਲਾ ਗਿਆ, ਫਲਾਣਾ, ਉਹਨੇ ਜਾਣਾ ਹੀ ਸੀ। ਵਿਧ ਤੇ ਕੋਈ ਨਾ ਕੋਈ ਬਣਨੀ ਹੁੰਦੀ ਹੈ ਨਾ, ਹਰ ਚੀਜ਼ ਦਾ ਵਿਧੀ ਵਿਧਾਨ ਹੈ। ਕਿਸੇ ਵੀ ਚੀਜ਼ ਦਾ ਨਾਮ ਤੇ ਪ੍ਰਮਾਤਮਾ ਨੇ ਕਿਸੇ ਚੀਜ਼ ਦਾ ਲਾਉਣਾ ਹੀ ਹੈ। ਜੇ ਅਸੀਂ ਇਹਨੂੰ ਆਪਣੇ ਦਿਮਾਗੀ ਤੌਰ ਤੇ ਸੋਚਾਂਗੇ ਵੀ ਨਹੀਂ, ਜੇ ਆਹ ਕੰਮ ਨਾ ਹੁੰਦਾ, ਦੇਸ਼ ਵਿੱਚ ਆਕਸੀਜਨ ਹੁੰਦੀ, ਬਚ ਜਾਣਾ ਸੀ ਫਲਾਣਾ, ਐਸਾ ਨਹੀਂ ਹੁੰਦਾ। ਕਿਉਂ ਨਹੀਂ ਆਕਸੀਜਨ ਸੀ? ਇਹਦਾ ਵੀ ਤਾਂ ਕਾਰਨ ਸੀ। ਕਿਉਂ ਨਹੀਂ ਰੱਬ ਨੇ ਉਹਨਾਂ ਦੇ ਵਿੱਚ ਇਹ ਸੰਕਲਪ ਪਾਇਆ? ਕੀ ਕਾਰਨ ਸੀ ਕਿ ਆਕਸੀਜਨ ਹੋਈ? ਚਲੋ ਆਕਸੀਜਨ ਵੀ ਹੋ ਜਾਏਗੀ, ਡਾਕਟਰ ਵੀ ਸਾਰੇ ਨੇ, ਬੈੱਡ ਵੀ ਬੜੇ ਨੇ, ਫਿਰ ਸਾਰੇ ਹੀ ਬਚ ਜਾਣਗੇ, ਵੈਕਸੀਨ ਵੀ ਸਾਰਿਆਂ ਨੂੰ ਲੱਗ ਜਾਏਗੀ। ਐਸਾ ਨਹੀਂ ਹੁੰਦਾ। ਇਹ ਅਲਪੱਗੇ ਬੁੱਧੀ ਦੀਆਂ ਗੱਲਾਂ ਨੇ। ਮੈਂ ਅੱਜ ਵੀ ਬੇਨਤੀ ਕੀਤੀ, ਡਰਨ ਦੀ ਲੋੜ ਨਹੀਂ ਹੈ ਇਸ ਬਿਮਾਰੀ ਤੋਂ। ਠੀਕ ਹੈ, ਜੋ ਹਦਾਇਤਾਂ ਨੇ ਉਹਨਾਂ ਨੂੰ ਫੋਲੋ ਕਰੋ, ਬਸ ਗੱਲ ਇੰਨੀ ਹੈ। ਹਦਾਇਤਾਂ ਨੂੰ ਫੋਲੋ ਕਰ ਸਕਦੇ ਹਾਂ, ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਮਨੁੱਖ ਨੂੰ ਬਿਮਾਰੀਆਂ ਨਹੀਂ ਮਾਰ ਸਕਦੀਆਂ। ਬਾਣੀ ਕਹਿੰਦੀ ਹੈ, ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਹੈ। ਮਨਾ ਡਰਨਾ, ਚਿੰਤਾ ਨਾ ਕਰ, ਰੱਬ ਤੋਂ ਬਿਨਾਂ ਇੱਥੋਂ ਦੁਨੀਆ ਤੋਂ ਖੜਨ ਵਾਲਾ ਕੋਈ ਨਹੀਂ। ਮੈਂ ਇਸ ਕਰਕੇ ਕਈ ਵਾਰੀ ਕਹਿੰਦਾ, ਕਈ ਵਾਰੀ ਇਹ ਸਵਾਲ ਪੈਦਾ ਹੁੰਦਾ ਹੈ ਵੀ ਇਸ ਤਰੀਕੇ ਨਾਲ ਤੇ ਅਸੀਂ ਨਾਸਤਿਕਾਂ ਨੂੰ ਧਰਮ ਦੇ ਸਿਰ ਤੇ ਬਹਾ ਦੇਵਾਂਗੇ। ਉਹ ਕਹਿਣਗੇ ਕਿੱਥੇ ਹੈ ਤੁਹਾਡਾ ਰੱਬ? ਉਦੋਂ ਤਾਂ ਸਾਰੇ ਡਰ ਕੇ ਤੁਸੀਂ ਮੰਦਰ ਗੁਰਦੁਆਰੇ ਸਾਰੇ ਬੰਦ ਕਰ ਦਿੱਤੇ ਸੀ। ਕਿੱਥੇ ਹੈ ਤੁਹਾਡਾ ਰੱਬ? ਵਿਖਾਓ। ਸਾਡਾ, ਮੈਂ ਕਈ ਵਾਰੀ ਕਹਿੰਦਾ ਹੁੰਦਾ, ਸਾਧ ਸੰਗਤ, ਸਾਡਾ ਦੇਸ਼ ਭਾਵੇਂ ਧਾਰਮਿਕ ਸੀ, ਪਰ ਇਹਨਾਂ ਲੋਕਾਂ ਨੇ ਅਧਾਰਮਿਕ ਬਣਾ ਛੱਡਿਆ। ਤੁਸੀਂ ਦੇਸ਼ ਦੀਆਂ ਆਸਥਾ, ਕਹਿੰਦੇ ਇਹ ਆਸਥਾ ਹੈ, ਅੰਧ ਵਿਸ਼ਵਾਸ ਹੈ। ਯੱਗ, ਕੋਈ ਯੱਗ ਕਰਦਾ ਹੈ, ਕੋਈ ਅਖੰਡ ਪਾਠ ਸਾਹਿਬ ਕਰ ਰਿਹਾ, ਇਹ ਅੰਧ ਵਿਸ਼ਵਾਸ ਹੈ ਕਿਤੇ? ਇਹ ਤੇ ਪ੍ਰਮਾਤਮਾ ਅੱਗੇ ਅਰਦਾਸਾਂ ਕਰਿਆ ਤੇ ਇਹਨਾਂ ਕਿਸੇ ਨੂੰ ਮੱਤ ਉਹਨੇ ਦੇਣੀ ਹੈ ਨਾ, ਕਿਸੇ ਤੋਂ ਉਹਨੇ ਭਲਾ ਕਰਾਉਣਾ ਹੈ, ਕਿਸੇ ਦੀ ਅਰਦਾਸ ਲੱਗਣੀ ਹੈ, ਬੰਦਗੀ ਕਰਨੀ ਹੈ, ਤਾਂ ਹੀ ਤੇ ਜਾਂਦੀਆਂ ਨੇ। ਇਹ ਕੋਈ ਨਾਸਤਿਕਾਂ ਵਾਲੀਆਂ ਗੱਲਾਂ ਨਹੀਂ, ਆਸਤਿਕਾਂ ਵਾਲੀਆਂ ਗੱਲਾਂ ਨੇ। ਪਤਾ ਨਹੀਂ ਕਿਹਦੀ ਅਰਦਾਸ ਨੇ, ਕਦੋਂ ਪਰਮਾਤਮਾ ਦੇ ਦਿਲ 'ਚ ਮਿਹਰ ਪੈਣੀ ਹੈ ਤੇ ਦੁਨੀਆ ਠੀਕ ਹੋ ਜਾਣੀ ਹੈ। ਉਹਦੀ ਮਰਜ਼ੀ ਹੈ, ਆਪਣੀ ਮਰਜ਼ੀ ਦੇ ਅਨੁਸਾਰ ਚਲਾਉਂਦਾ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਮੈਂ ਬੜੀ ਵਾਰੀ ਉਦਾਹਰਣ ਆਪ ਜੀ ਦੇ ਸਾਹਮਣੇ ਰੱਖਿਆ ਹੈ। ਬਾਣੀ ਕਹਿੰਦੀ ਹੈ, ਬਹੁਤ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸਾ। ਕਹਿੰਦੇ ਬੜਾ ਬਲ ਵਾਲਾ ਹੋਏ, ਬਿਖਮ ਧਾਨ ਬਸੰਤ ਉੱਚ ਹੈ, ਨਹ ਸਿਮਰੰਤ ਮਰਨ ਕਦੰਚ ਹੈ। ਬੜਾ ਬਲ ਵਾਲਾ ਮਨੁੱਖ ਹੋਏ, ਬਹੁਤ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸਾ, ਉਹਦੇ ਚਾਰੇ ਪਾਸੇ ਬੋਡੀਗਾਰਡ ਹੋਣ।
और देश ਵਿੱਚ ਰਹਿੰਦਾ ਵੀ ਨਾ ਹੋਏ, ਰਹਿੰਦਾ ਵੀ ਜੰਗਲ ਵਿੱਚ ਹੋਏ ਤੇ ਕਦੀ ਮੌਤ ਚੇਤੇ ਵੀ ਨਾ ਆਈ ਹੋਏ। ਬਾਣੀ ਕਹਿੰਦੀ ਯਾਦ ਰੱਖਣਾ, ਕੋਲ ਡਾਕਟਰਾਂ ਦੀ ਟੀਮ ਹੋਏ, ਕੋਲ ਬੋਡੀਗਾਰਡ ਵੀ ਹੋਣ, ਪਰ ਜਿਸ ਦਿਨ ਹੋਣੀ ਆਉਂਦੀ ਹੈ ਬੋਡੀਗਾਰਡਾਂ ਦੇ ਵਿੱਚੋਂ ਲੈ ਜਾਂਦੀ ਹੈ। ਹੋਵੰਤ ਆਗਿਆ ਭਗਵਾਨ ਪੁਰਖ, ਨਾਨਕ ਕੀਟੀ ਸਾਸ ਅਕਰਖ ਤੇ। ਇੱਕ ਛੋਟੀ ਜੀ ਕੀੜੀ ਸਾਹ ਖਿੱਚ ਲੈਂਦੀ ਹੈ ਮਨੁੱਖ ਦੇ, ਤੇ ਬੜੀ ਵੱਡੀ ਬਿਮਾਰੀ ਹੈ। ਛੋਟੀ ਜੀ ਕੀੜੀ ਸਾਹ ਖਿੱਚ ਲੈਂਦੀ ਹੈ, ਛੋਟੀ ਜੀ ਕੀੜੀ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ। ਔਰ ਮਹਾਭਾਰਤ ਦੇ ਜਿਹੜੇ ਪਾਂਡੂ ਹੋਏ ਨੇ ਉਹਨਾਂ ਦਾ ਬਜ਼ੁਰਗ ਹੈ ਪ੍ਰੀਸ਼ਤ, ਪਾਂਡੂਆਂ ਦੇ ਵਿੱਚੋਂ ਹੀ ਹੈ ਪ੍ਰੀਸ਼ਤ, ਬਜ਼ੁਰਗ ਨਹੀਂ ਉਹਨਾਂ ਦੇ ਵਿੱਚੋਂ ਹੀ ਹੈ ਰਾਜਾ ਪ੍ਰੀਸ਼ਤ। ਉਹਨੇ ਇੱਕ ਵਾਰੀ ਜੰਗਲ ਦੇ ਵਿੱਚ ਕਹਿ ਦਿੱਤਾ ਸੀ ਮੈਂ ਹੋਣੀ ਤੇ ਕਾਬੂ ਪਾ ਲਵਾਂਗਾ। ਰਿਸ਼ੀ ਕਹਿੰਦੇ ਨੇ ਪ੍ਰੀਸ਼ਤ ਹੋਣੀ ਤੇ ਕਿਸੇ ਕਾਬੂ ਨਹੀਂ ਪਾਇਆ ਅੱਜ ਤਾਈਂ। ਕਾਹਦੀਆਂ ਦਵਾਈਆਂ? ਬਾਣੀ ਕਹਿੰਦੀ ਹੈ ਵੈਦਾਂ ਸੰਦਾਂ ਸੰਗ ਇਕੱਠਾ ਹੋਆ, ਔਖਦ ਆਵੈ ਰਾਸ ਵਿੱਚ ਆਪ ਖਲੋਆ। ਵੈਦਾਂ ਕਹਿੰਦੇ ਨੇ ਡਾਕਟਰ, ਸੰਦਾਂ ਕਹਿੰਦੇ ਨੇ ਉਹਨਾਂ ਦੇ ਜਿੰਨੇ ਵੀ ਐਕਸਰੇ ਮਸ਼ੀਨਾਂ ਨੇ, ਸਿਟੀ ਸਕੈਨ ਮਸ਼ੀਨਾਂ ਨੇ, ਗੁਰਬਾਣੀ ਦਾ ਵਚਨ ਹੈ। ਵੈਦਾਂ ਸੰਦਾਂ ਸੰਗ ਇਕੱਠਾ ਹੋਆ, ਇਹ ਸਾਰੇ ਭਾਵੇਂ ਇਕੱਠੇ ਨੇ। ਔਖਦ ਆਵੈ ਰਾਸ, ਦਵਾਈ ਉਦੋਂ ਕੰਮ ਕਰਦੀ ਹੈ ਜਦੋਂ ਉਹਨੂੰ ਚੰਗਾ ਲੱਗਦਾ ਹੈ। ਔਖਦ ਆਵੈ ਰਾਸ ਵਿੱਚ ਆਪ ਖਲੋਆ, ਔਖਦ ਉਦੋਂ ਹੀ ਕੰਮ ਕਰਦੀ ਹੈ। ਉਹਨੂੰ ਕਿਹਾ ਪ੍ਰੀਸ਼ਤ ਹੋਣੀ ਤੇ ਕਿਸੇ ਕਾਬੂ ਨਹੀਂ ਪਾਇਆ ਅੱਜ ਤਾਈਂ, ਕਹਿੰਦੇ ਮੈਂ ਪਾ ਲਵਾਂਗਾ। ਰਿਸ਼ੀ ਕਹਿੰਦਾ ਜਾ ਅੱਜ ਤੋਂ 6ਵੇਂ ਦਿਨ ਨਾ ਤੈਨੂੰ ਤਛਪ ਨਾਗ ਨੇ ਡੰਗ ਮਾਰਨਾ ਹੈ, ਤੇਰੀ ਮ੍ਰਿਤੂ ਹੋ ਜਾਣੀ ਉਹਦੇ ਨਾਲ। ਐਵੇਂ ਕਿਵੇਂ ਹੋ ਜਾਏਗੀ? ਮੈਂ ਜਾਣਾ ਹੋਣੀ। ਹੁਣ ਜਾ ਕੇ ਸ਼ੀਸ਼ੇ ਦਾ ਮਹਿਲ ਬਣਾਇਆ ਲੋਹੇ ਦਾ, ਵਿੱਚ ਬੈਠ ਗਿਆ, ਕਹਿੰਦਾ ਲੈ ਹੁਣ ਨਾਗ ਇੱਥੋਂ ਕਿੱਥੋਂ ਆ ਜਾਏਗਾ, ਮੋਰੀ ਤੇ ਕੋਈ ਹੈ ਨਹੀਂ ਵਿੱਚ। ਕਿਉਂਕਿ ਇਹ ਸਾਰੀਆਂ ਸਿਆਣਪਾਂ ਨੇ ਨਾ, ਤੇ ਮਨੁੱਖ ਕੋਲ ਹੈਗੀਆਂ ਸਿਆਣਪਾਂ ਨੇ, ਹੋਰ ਕੁਛ ਹੈ ਹੀ ਨਹੀਂ। ਇਹ ਸੋਚਦਾ ਮੈਂ ਕਿਤੇ ਸਿਆਣਪਾਂ ਨਾਲ ਨਾ ਪਰਮਾਤਮਾ ਦੇ ਉੱਤੇ ਕਾਬੂ ਪਾ ਲਾਂਗਾ। ਇਹ ਉਪਰਾਲਾ ਹਰਨਾਕਸ਼ ਨੇ ਵੀ ਕਰਕੇ ਵੇਖਿਆ ਸੀ। ਪਰਮਾਤਮਾ ਨੂੰ ਕਿਹਨੂੰ ਵਰ ਦੇ ਕਿਹੜੇ ਕਿਹੜੇ, ਦਿਨੇ ਨਾ ਮਰਾਂ, ਰਾਤ ਨੂੰ ਨਾ ਮਰਾਂ, ਅੰਦਰ ਨਾ ਵੜਾਂ, ਬਾਹਰ ਨਾ, ਪਸ਼ੂ ਤੋਂ ਨਾ ਮਰਾਂ, ਵਿਅਕਤੀ ਤੋਂ ਨਾ ਮਰਾਂ, ਧਰਤੀ ਦੇ ਨਾ ਮਰਾਂ, ਸੂਰਜ ਥੱਲੇ ਨਾ ਮਰਾਂ। ਫਿਰ ਹੰਕਾਰ ਵਿੱਚ ਆ ਕੇ ਕਹਿੰਦਾ ਲੈ ਵੀ ਆਪਾਂ ਨੂੰ ਤੇ ਮਿਲ ਗਏ ਨੇ ਵਰ, ਹੁਣ ਵੇਖਾਂਗੇ ਰੱਬ ਸਾਡਾ ਕੀ ਵਿਗਾੜਦਾ। ਹੰਕਾਰ ਆਉਂਦਾ ਹੀ ਮਨੁੱਖ ਵਿੱਚ। ਜੈਸਾ ਅੱਜ ਤੋਂ 3 ਸਾਲਾਂ ਬਾਅਦ ਹੰਕਾਰ ਇਟਲੀ ਨੂੰ, ਜਰਮਨੀ ਨੂੰ, ਅਮਰੀਕਾ ਨੂੰ, ਇਹਨਾਂ ਸਾਰਿਆਂ ਮੁਲਕਾਂ ਨੂੰ ਬੜਾ ਹੰਕਾਰ ਸੀ। ਪਰ ਪਰਮਾਤਮਾ ਥੋੜ੍ਹੀ ਜਿਹੀ ਹਵਾ ਟੈਟ ਹੋਈ ਨਾ, ਜਦੋਂ ਉਹਨੂੰ ਢਿੱਲੀ ਕਰਦਾ, ਥੋੜ੍ਹੀ ਜਿਹੀ ਵਿਖਾਉਂਦਾ ਵੀ ਇਹ ਕੁਛ ਨਹੀਂ। ਵੱਡੇ ਵੱਡੇ ਮੁਲਕਾਂ ਦੇ ਸਿਸਟਮ ਧਰੇ ਧਰਾਏ ਰਹਿ ਗਏ, ਉਹ ਕੱਢ ਦਿੰਦਾ ਹਵਾ, ਉਹਦੇ ਸਾਹਮਣੇ ਹਵਾ ਚੱਲਦੀ ਨਹੀਂ। ਬਾਣੀ ਕਹਿੰਦੀ ਹੈ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਪਰਮਾਤਮਾ ਲੋਭੀਆਂ ਨੂੰ ਬਖਸ਼ ਦਿੰਦਾ ਹੈ, ਕਾਮੀਆਂ ਨੂੰ ਬਖਸ਼ ਦਿੰਦਾ ਹੈ, ਹੰਕਾਰੀਆਂ ਨੂੰ ਨਹੀਂ ਬਖਸ਼ਦਾ। ਹੰਕਾਰੀਆਂ ਨਾਲ ਉਹਦਾ ਸਿਰੇ ਤੋਂ ਵੈਰ ਹੈ ਪਰਮਾਤਮਾ ਦਾ, ਕਿਉਂਕਿ ਹੰਕਾਰ ਨੂੰ ਰਹਿਣ ਨਹੀਂ ਦਿੰਦਾ ਪਰਮਾਤਮਾ। ਉਹ ਕਹਿੰਦੇ ਨੇ ਰਾਜਾ ਤੇਰੀ ਤਸ਼ਬ ਨਾਗ ਨੇ ਤੈਨੂੰ ਮਾਰ ਦੇਣਾ ਹੈ। ਉਹਨੇ ਚਾਰੇ ਬੰਨੇ ਤੋਂ ਲੋਹੇ ਦਾ ਬਣਾ ਲਿਆ, ਵਿੱਚ ਬੈਠ ਗਿਆ। 6 ਦਿਨ ਹੋ ਗਏ, ਕਹਿੰਦੇ ਲੈ ਵੀ 1 ਦਿਨ ਰਹਿ ਗਿਆ, ਬਸ 7ਵਾਂ ਦਿਨ। ਹੁਣ ਬਾਹਰੋਂ ਰਿਸ਼ੀ ਮੁਨੀ ਇਕੱਠੇ ਹੋ ਕੇ ਆਏ, ਕਹਿੰਦਾ ਚਲੋ ਵੀ ਰਾਜਾ ਬਚ ਗਿਆ, ਫੁੱਲਾਂ ਮਾਲਾਂ ਦੀ ਹਾਰਾ ਪਾਓ ਉਹਨੂੰ। ਵਿਧ ਬਣ ਗਈ। ਉਹ ਵੀ ਭੁੱਲ ਗਿਆ, ਹੰਕਾਰ ਵਿੱਚ ਆ ਗਿਆ ਨਾ। ਉਹ ਫੁੱਲ ਪਾਉਣ ਲੱਗੇ, ਫੁੱਲਾਂ ਦੇ ਵਿੱਚ ਹੀ ਛੋਟਾ ਜਿਹਾ ਨਾਗ ਚਲਾ ਗਿਆ। ਉਹਨੇ ਜਾ ਕੇ ਡੰਗ ਮਾਰਿਆ, ਉਹਦੇ ਜਾ ਕੇ ਉਹਦੇ ਗਲੇ ਦੇ ਉੱਤੇ ਡੰਗ ਮਾਰਿਆ, ਉੱਥੇ ਹੀ ਮਰ ਗਿਆ। ਧਰਿਆ ਧਰਾਏ ਰਹਿ ਗਏ ਸਾਰੇ, ਜਿਹਨੇ ਪ੍ਰਮਾਣ ਨਹੀਂ। ਔਰ ਇਹ ਕੋਸ਼ਿਸ਼ ਅੱਜ ਦੀ ਦੁਨੀਆ ਵਿੱਚ ਮਾਈਕਲ ਜੈਕਸਨ ਨੇ ਵੀ ਕਰਕੇ ਵੇਖੀ ਹੈ। ਮਾਈਕਲ ਜੈਕਸਨ ਨੇ ਕਹਿ ਦਿੱਤਾ ਹੀ ਦੁਨੀਆ ਤੇ ਮੈਂ 100 ਸਾਲ ਜਿਉਣਾ ਹੈ। ਦੁਨੀਆ ਦਾ ਬੜਾ ਵੱਡਾ ਗਾਉਣ ਵਾਲਾ, 24 ਘੰਟੇ ਹੱਥਾਂ 'ਤੇ ਦਸਤਾਨੇ ਰੱਖੇ ਤੇ 7 ਡਾਕਟਰ ਨਾਲ ਰੱਖਣੇ ਉਹਨੇ। ਤੇ ਜਦੋਂ ਰੋਟੀ ਖਾਣੀ, ਡਾਕਟਰਾਂ ਪਹਿਲਾਂ ਟੈਸਟ ਕਰਨੀ ਰੋਟੀ। ਔਰ ਉਹਨੇ ਅਲਟੀਮੇਟਮ ਕੀ ਬਣਾਇਆ? 100 ਸਾਲ ਜੀਵਾਂਗਾ, ਵੇਖਾਂਗਾ ਹੋਣੀ ਕਿਵੇਂ ਆਉਂਦੀ ਹੈ ਮੇਰੇ ਕੋਲ। 52 ਸਾਲ ਦਾ ਹੋਇਆ ਜਿਸ ਦਿਨ ਜਾਣ ਲੱਗਿਆ ਨਾ, ਕਹਿੰਦਾ ਮੇਰਾ ਪਲਸ ਰੇਟ ਵੱਧ ਰਿਹਾ। ਡਾਕਟਰਾਂ ਨੂੰ ਕਹਿੰਦਾ ਡਾਕਟਰ ਵੱਧ ਹੀ ਰਿਹਾ, ਕਾਬੂ ਕਿਵੇਂ ਕਰੀ? ਹੁਣ ਦਵਾਈਆਂ ਤੇ ਦੇ ਰਹੇ ਆ, ਪਤਾ ਹੀ ਨਹੀਂ ਲੱਗ ਰਿਹਾ ਹੋ ਕੀ ਰਿਹਾ ਅੰਦਰ, ਕਿੱਥੋਂ ਚੱਲ ਰਿਹਾ ਬਿਮਾਰੀ, ਕਿੱਥੋਂ ਚੱਲ ਰਹੀ ਹੈ, ਕਿੱਧਰੋਂ ਆ ਰਹੀ ਹੈ, ਪਤਾ ਹੀ ਨਹੀਂ ਲੱਗ ਰਿਹਾ। 52 ਸਾਲ ਦੀ ਉਮਰ ਤੋਂ ਦੁਨੀਆ ਤੋਂ ਚਲਾ ਗਿਆ। ਡਾਕਟਰ ਨਾਲ ਰਹਿੰਦੇ ਨੇ, ਉਹਦੇ ਘਰ ਦੇ ਨਾਲ ਹੱਥ ਨਹੀਂ ਸੀ ਮਿਲਾਉਂਦਾ ਕਿਸੇ ਨਾਲ। ਆਪਾਂ ਨੇ ਅੱਜ ਦਸਤਾਨੇ ਪਾਉਂਦੇ, ਪਹਿਲਾਂ ਹੀ ਪਾ ਕੇ ਰੱਖਦਾ ਸੀ।
ਸੋ ਇਸ ਕਰਕੇ ਹਦਾਇਤਾਂ ਨੂੰ ਫੋਲੋ ਕਰੋ, ਡਰਨ ਦੀ ਲੋੜ ਨਹੀਂ। ਇਹ ਸਭ ਪਰਮਾਤਮਾ ਦੀ ਪ੍ਰਕਿਰਤੀ ਹੈ, ਉਤੋਂ ਬਿਨਾਂ ਨਹੀਂ ਕੋਈ ਕਿਸੇ ਨੂੰ ਕੁਝ ਕਹਿ ਸਕਦਾ। ਇਹ ਕੀੜਿਆਂ ਮਕੌੜਿਆਂ ਦੀ ਤਾਂ ਕੀ ਔਕਾਤ ਹੈ, ਐਡਾ ਵੱਡਾ ਰੱਬ ਹੈ ਕਿ ਉਤੋਂ ਬਿਨਾਂ ਹੋ ਸਕਦਾ ਹੈ। ਜਹਾਂ ਜਹਾਂ ਭਾਣਾ ਤਾਂ ਤਾਂ ਰਾਖੇ, ਨਾਨਕ ਸਭ ਕੁਝ ਪ੍ਰਭ ਕੈ ਹੱਥ ਹੈ, ਸਾਰਾ ਕੁਝ ਉਹਦੇ ਹੱਥ ਵਿੱਚ ਹੈ। ਮਲਕਲ ਮੌਤ ਜਾ ਆਵਸੀ, ਸਭ ਦਰਵਾਜ਼ੇ ਭੰਨ, ਸਾਰੇ ਦਰਵਾਜ਼ੇ ਭੰਨ ਦਿੰਦੀ ਹੈ। ਜਿੱਦਣ ਡਾਕਟਰਾਂ ਦੇ ਦਰਵਾਜ਼ੇ, ਦਵਾਈਆਂ ਦੇ ਦਰਵਾਜ਼ੇ, ਵੈਕਸੀਨਾਂ ਦੇ ਦਰਵਾਜ਼ੇ ਸਾਰੇ ਭੰਨ ਦਿੰਦੀ ਹੈ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਡਰਨ ਦੀ ਲੋੜ ਨਹੀਂ, ਚਿੰਤਾ ਦੀ ਲੋੜ ਨਹੀਂ, ਰੱਬ ਦਾ ਚਿੰਤਨ ਕਰਨ ਦੀ ਲੋੜ ਹੈ, ਬਸ ਗੱਲ ਇੰਨੀ ਹੈ। ਸੋ ਇਸ ਕਰਕੇ ਜਿਹੜੀ ਦਾਸੀ ਹੈ ਉਹਨੇ ਕਿਹਾ, ਝੂਠੀਆਂ ਆਸਾਂ ਬੰਨ੍ਹ ਲਈਆਂ ਕਿ ਅਸੀਂ ਸਦਾ ਜਿਉਣਾ ਹੈ, ਗੁਰੂ ਜੀ ਨੇ ਕਿਹੜਾ ਸਦਾ ਰਹਿਣਾ ਹੈ। ਇਸ ਕਰਕੇ ਇਹਨਾਂ ਦੇ ਘਰ ਦਾ ਜਿਹੜਾ ਮਾਲ ਹੈ, ਜੋ ਵੀ ਇਹਨਾਂ ਕੋਲ ਧਨ ਦੌਲਤ ਹੈ, ਉਹ ਤਾਂ ਸਾਡਾ ਹੀ ਹੋਣ ਵਾਲਾ ਹੈ। ਗੁਰਦਾਸੀ ਸੁਣ ਬੈਣ ਨੈਣ, ਭਰੇ ਜਲ ਕਹਿਤ ਇਮ। ਉਹ ਦਾਸੀ ਕਹਿੰਦੀ ਹੈ ਜਿਹੜੀ ਗੁਰੂ ਘਰ ਦੀ ਬੜੀ ਪਿਆਰੀ ਸੀ, ਉਹਦੇ ਨੈਣਾਂ ਦੇ ਵਿੱਚੋਂ ਅਥਰੂ ਆ ਗਏ ਵੀ ਏਡੇ ਮਾੜੇ ਬੋਲ, ਦੁਸ਼ਮਣ ਨੂੰ ਵੀ ਨਹੀਂ ਕੋਈ ਬੋਲਦਾ, ਇਹ ਤੇ ਭਰਾ ਨੇ, ਏਡੇ ਜਿਹੜੇ ਮਾੜੇ ਬੋਲ ਨੇ ਉਹ ਬੋਲੇ ਹਨ। ਦੇ ਪ੍ਰਭ ਸੁਤ ਗੁਰ ਐਨ ਗੁਰਤਾ, ਇਨ ਕੇ ਹੋਏ ਕਿਮ। ਕਹਿੰਦੇ ਹੇ ਪ੍ਰਭੂ, ਅਰਦਾਸ ਕੀਤੀ, ਪ੍ਰੇਮ ਵਾਲੇ ਅਰਦਾਸ ਕਰਦੇ ਨੇ ਨਾਲੋਂ ਨਾਲ। ਕਹਿੰਦੇ ਹੇ ਪਰਮਾਤਮਾ, ਤੂੰ ਗੁਰੂ ਸਾਹਿਬ ਦੇ ਘਰ ਪੁੱਤਰ ਨੂੰ ਬਖਸ਼, ਤੇ ਜਿਹੜੀ ਗੁਰਿਆਈ ਹੈ ਇਹਨਾਂ ਦੇ ਘਰ ਹੀ ਰਹਿਣੀ ਚਾਹੀਦੀ ਹੈ। ਅਜਹੂ ਨ ਜਰਾ ਅਲੂਗ ਦੰਪਤ, ਕੀ ਬਹਿ ਤਰੁਨ। ਕਹਿੰਦੇ ਮਹਾਰਾਜ ਹਜੇ ਤੇ ਉਹਨਾਂ ਤੇ ਬੁਢੇਪਾ ਵੀ ਨਹੀਂ ਆਇਆ, ਅਜੇ ਤੇ ਸਤਿਗੁਰੂ ਜੀ ਹੁਣੀ ਜਵਾਨੀ ਵਿੱਚ ਹੀ ਹਨ। ਮਸਤਰ ਅਗਨੀ ਕੂੜ ਜਰਤ, ਮਰਤ ਕਹਿ ਦੁਰਬਚਨ। ਕਹਿੰਦੇ ਸਾੜੇ ਵਿੱਚ ਆ ਕੇ ਉਹਨਾਂ ਨੇ ਇਹ ਬਚਨ ਕਹੇ ਨੇ। ਹੁਣ ਪ੍ਰਿਥੀ ਚੰਦ ਜੀ ਇਹ ਨਹੀਂ ਵੇਖ ਰਹੇ ਵੀ ਉਹ ਤੇ ਗੁਰੂ ਅਰਜਨ ਸਾਹਿਬ ਜੀ ਤੋਂ ਵੱਡੇ ਨੇ ਉਮਰ 'ਚ। ਆਪਾਂ ਆਮ ਦੁਨੀਆ ਵੀ ਵੱਡਾ ਹੀ ਪਹਿਲਾਂ ਜਾਂਦਾ ਹੈ ਨਾ, ਵੈਸੇ ਚਲੋ ਦੁਨੀਆ 'ਚ ਤਾਂ ਕੋਈ ਪਤਾ ਨਹੀਂ, ਪਰ ਕਹਿੰਦੇ ਇਹ ਜਿਹੜੇ ਉਹਨਾਂ ਬਚਨ ਕਹੇ ਨੇ ਈਰਖਾ ਦੀ ਅੱਗ ਵਿੱਚ ਆ ਕੇ ਕਹੇ ਹਨ। ਬਸੈ ਗੁਰੂ ਕੋ ਧਾਮ ਇਹ, ਉਜਰੇ ਜਗ ਫਿਰਹਿੰਗੇ। ਦਾਸੀ ਕਹਿੰਦੀ ਹੈ ਗੁਰੂ ਘਰ ਨੂੰ ਕਿਹਨੇ ਜਾੜਨਾ ਹੈ, ਇਹ ਗੁਰੂ ਘਰ ਤੇ ਇਵੇਂ ਹੀ ਚੱਲੇਗਾ। ਪਰ ਇਹ ਜਿਹੜੇ ਕਹਿੰਦੇ ਹਨ ਗੁਰੂ ਸਾਹਿਬ ਜੀ ਚਲੇ ਜਾਣਗੇ ਦੁਨੀਆ ਤੋਂ, ਦੂਜੇ ਦਾ ਮਾੜਾ ਕਰਨ ਵਾਲਾ ਆਪ ਹੀ ਉਜੜਿਆ ਫਿਰਦਾ ਰਹਿੰਦਾ ਹੈ। ਸੁਤ ਜਨਮੈ ਅਬਿਰਾਮ, ਜਿਸ ਹੇਰਤ ਰਿਪ ਡਰਹਿੰਗੇ। ਦਾਸੀ ਕਹਿੰਦੀ ਹੈ ਵੇਖਣਾ ਸਤਿਗੁਰੂ ਦੇ ਘਰ ਵਿੱਚ ਐਸਾ ਪੁੱਤਰ ਪੈਦਾ ਹੋਏਗਾ ਜਿਸ ਨੂੰ ਵੇਖ ਵੇਖ ਕੇ ਵੈਰੀ ਵੀ ਡਰ ਜਾਇਆ ਕਰਨਗੇ। ਇਮ ਦਾਸੀ ਇਮ ਦੋਏ ਨਿਜ, ਨਿਜ ਪਖ ਕੀ ਬਾਤ ਕਰ। ਐਵੇਂ ਦੋਵੇਂ ਦਾਸੀਆਂ ਮਿਲ ਕੇ ਆਪਣੇ ਆਪਣੇ ਨਿੱਜੀ ਪੱਖ ਦੀਆਂ ਗੱਲਾਂ ਕਰੀ ਜਾਂਦੀਆਂ ਹਨ। ਆਪਣੇ ਮੰਦਰ ਸੋਏ ਗਮਨੀ, ਚਿੰਤਾ ਹਿਰਦੈ ਧਰ। ਪਰ ਉਹ ਜਿਹੜੀ ਬੀਬੀ ਹੈ ਮਹਾਰਾਜ ਨੂੰ ਪ੍ਰੇਮ ਕਰਨ ਵਾਲੀ, ਦਾਸੀ ਹੈ ਜਿਹੜੀ ਗੁਰੂ ਘਰ ਨੂੰ ਪ੍ਰੇਮ ਕਰਨ ਵਾਲੀ, ਰਾਤ ਨੂੰ ਸੁੱਤੀ ਤੇ ਹੈ ਪਰ ਉਸ ਦੇ ਹਿਰਦੇ ਵਿੱਚ ਚਿੰਤਾ ਹੈ। ਗੁਰ ਅਰਜਨ ਕੇ ਧਾਮ ਆਨ, ਸੁਨਾਈ ਤਰਕ ਜੁਤ। ਉਸ ਨੇ ਸਵੇਰੇ ਆ ਕੇ ਗੁਰੂ ਅਰਜਨ ਸਾਹਿਬ ਜੀ ਦੇ ਘਰ ਆ ਕੇ ਸਾਰੀ ਗੱਲ ਬਾਬੇ ਪ੍ਰਿਥੀ ਚੰਦ ਜੀ ਦੀ ਕਹਿ ਦਿੱਤੀ ਹੈ। ਇਮ ਪ੍ਰਿਥੀਏ ਕੀ ਬਾਮ ਬੁਰਾ, ਚਿੱਤੈ ਕ੍ਰਿਮ ਹੋਏ ਨ ਸੁਤ। ਮਾਤਾ ਗੰਗਾ ਜੀ ਨੂੰ ਕਿਹਾ, ਮਾਤਾ ਜੀ ਤੁਹਾਡੀ ਜਿਹੜੀ ਦਰਾਣੀ ਹੈ, ਤੁਹਾਡੀ ਜਠਾਣੀ ਹੈ ਜਿਹੜੀ, ਉਹ ਐਵੇਂ ਕਹਿ ਰਹੀ ਸੀ ਵੀ ਇਹਨਾਂ ਦੇ ਘਰ ਤੇ ਪੁੱਤਰ ਹੀ ਨਹੀਂ ਹੋਣਾ, ਤੇ ਇਹਨਾਂ ਦੇ ਘਰੋਂ ਜਿੰਨਾ ਵੀ ਮਾਲ ਹੈ, ਜੋ ਕੁਝ ਵੀ ਹੈ, ਉਹ ਸਾਡਾ ਹੀ ਹੋ ਜਾਵੇਗਾ। ਸਗਰੋ ਸੁਣਿਓ ਪ੍ਰਸੰਗ ਤਿਨ, ਕੀ ਦਾਸੀ ਨੇ ਭਨਿਓ। ਸਾਰਾ ਪ੍ਰਸੰਗ ਉਹਨਾਂ ਦੀ ਦਾਸੀ ਨੇ ਉਹਨਾਂ ਦੇ ਪਾਸੋਂ ਸੁਣ ਕੇ ਕਿਹਾ ਹੈ। ਭਰੀ ਹਰਕ ਕੇ ਸੰਗ, ਮੈਂ ਦੁੱਖ ਪਾਵਤ ਸਿਰ ਧੁਨਿਓ। ਕਹਿੰਦੇ ਉਹ ਬੀਬੀ ਕਹਿੰਦੀ ਹੈ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਇਹ ਗੱਲ ਕਹੀ ਨਾ ਉਹਨਾਂ ਨੇ, ਮੇਰੇ ਹਿਰਦੇ ਦੇ ਵਿੱਚ ਬੜਾ ਹੀ ਦੁੱਖ ਪਹੁੰਚਿਆ ਹੈ। ਸੁਣਿਓ ਸ਼੍ਰੋਣ ਕੰਗ ਤਤਕਾਲ, ਚਿੱਤ ਭਈ ਭੰਗ। ਜਦੋਂ ਮਾਤਾ ਗੰਗਾ ਜੀ ਨੇ ਸਾਰੀ ਗੱਲ ਸੁਣੀ, ਨਾਲ ਦੀ ਨਾਲ ਚਿੱਤ ਦੇ ਵਿੱਚ ਬੜਾ ਹੀ ਪਰੇਸ਼ਾਨੀ ਲਈ ਹੈ।
लेत श्वास दुख संग सोचन को सोचती। ਨਾਲ ਦੀ ਨਾਲ ਉਹਨਾਂ ਨੇ ਜਿਹੜਾ ਸਵਾਸ ਹੈ ਬੜੇ ਦੁੱਖ ਦੇ ਨਾਲ ਲਿਆ ਤੇ ਬੜੀਆਂ ਜ਼ਿਆਦਾ ਸੋਚਾਂ ਸੋਚਦੀਆਂ ਪਈਆਂ ਹਨ। ਨੰਦ ਤੇ ਬਿਲੰਦ ਹੀ ਆਨੰਦ ਹੋਤ ਬ੍ਰਿੰਦ ਬੀਚ ਨੰਦਨ ਮੋਹਿ ਕਹੇ ਵਾਸਨ ਕੋ ਮੋਚਤੀ। ਨਾਲ ਦੀ ਨਾਲ ਉਹ ਸੋਚਦੇ ਹਨ ਜੇ ਪੁੱਤਰ ਘਰ ਦੇ ਵਿੱਚ ਹੁੰਦਾ ਤੇ ਆਨੰਦ ਹੋਣਾ ਸੀ, ਹੁਣ ਪੁੱਤਰ ਘਰ ਵਿੱਚ ਨਹੀਂ ਹੈ ਤੇ ਮੈਂ ਬੜੀ ਹੀ ਆਨੰਦਹੀਣ ਹਾਂ। ਹਮਰੇ ਸ਼ਰੀਕ ਲਿਤ ਮ੍ਰਿਤ ਕੀ ਉਡੀਕ ਕਰੈ। ਕਹਿੰਦੇ ਹਨ ਜਿਹੜੇ ਸਾਡੇ ਸ਼ਰੀਕ ਨੇ ਉਹ ਤੇ ਰੋਜ਼-ਰੋਜ਼ ਸਾਡੀ ਮੌਤ ਹੀ ਡੀਕਦੇ ਪਏ ਨੇ। ਤਾਂ ਕੀ ਤੀ ਸਗਰੇ ਪਦਾਰਥ ਕੋ ਲੋਚਤੀ। ਸਾਧ ਸੰਗਤ ਜਿਹੜੀ ਈਰਖਾ ਦੀ ਅੱਗ ਹੁੰਦੀ ਹੈ, ਜਿਹੜਾ ਲੋਭ ਹੁੰਦਾ ਹੈ, ਲੋਭ ਵਿੱਚ ਫਸਿਆ ਹੋਇਆ ਮਨੁੱਖ, ਬਾਣੀ ਕਹਿੰਦੀ ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ। ਤੇ ਲੋਭੀ ਜਿਹੜਾ ਮਨੁੱਖ ਹੈ ਉਹਦੀ ਤੁਲਨਾ ਮਹਾਰਾਜ ਜੀ ਨੇ ਹਰਕਾਏ ਕੁੱਤੇ ਨਾਲ ਕੀਤੀ ਹੈ। ਜਿਉਂ ਕੂਕਰ ਹਰਕਾਇਆ ਧਾਵੈ 10 ਦਿਸ ਜਾਏ। ਕਿਉਂਕਿ ਜਿਹੜਾ ਕੁੱਤੇ ਨੂੰ ਹਲਕ ਪੈ ਜਾਏ ਨਾ, ਵੈਸੇ ਵੇਲੋ ਕੁੱਤਾ ਕਿੰਨਾ ਆਪਣੇ ਮਾਲਕ ਦਾ ਸੁਆਮੀ ਭਗਤ ਹੈ, ਪਰ ਜਦੋਂ ਕੁੱਤੇ ਨੂੰ ਹਲਕ ਪੈ ਜਾਏ ਸਭ ਤੋਂ ਪਹਿਲਾਂ ਆਪਣੇ ਮਾਲਕ ਨੂੰ ਹੀ ਵੱਢਦਾ ਹੈ। ਇਵੇਂ ਜਦੋਂ ਤਾਈਂ ਮਨੁੱਖ ਹੈ ਠੀਕ ਹੈ, ਜਦੋਂ ਲੋਭੀ ਹੋ ਜਾਏ ਪਹਿਲਾਂ ਘਰਦਿਆਂ ਨੂੰ ਹੀ ਵੱਢ ਲੈਂਦਾ ਹੈ, ਬਾਕੀਆਂ ਬਾਹਰਦਿਆਂ ਨੂੰ ਤੇ ਬਾਅਦ ਚ ਵੱਢਦਾ ਹੈ। ਜਿਵੇਂ ਕੁੱਤਾ ਹੁੰਦਾ ਹੈ ਜਦੋਂ ਉਹਨੂੰ ਹਲਕ ਪੈ ਜਾਏ ਉਦੋਂ ਮਾਲਕਾਂ ਨੂੰ ਵੱਢਦਾ ਹੈ, ਇਵੇਂ ਲੋਭੀ ਮਨੁੱਖ ਵੀ ਫਿਰ ਇਹ ਪਰਵਾਹ ਨਹੀਂ ਕਰਦਾ, ਭਖ ਸਭ ਕੁਝ ਹੀ ਖਾ ਲੈਂਦਾ ਹੈ। ਜਿਵੇਂ ਲੋਭੀ ਕੁੱਤਾ ਨਹੀਂ ਨਾ ਵੇਖਦਾ ਕਿਹਨੂੰ ਵੱਢਣਾ ਹੈ ਕਿਹਨੂੰ ਨਹੀਂ ਵੱਢਣਾ, ਉਹਦੇ ਵਾਸਤੇ ਨਾ ਕੋਈ ਗੁਰੂ ਧਾਮ ਹੈ, ਨਾ ਕੋਈ ਛੋਟਾ ਹੈ, ਨਾ ਕੋਈ ਵੱਡਾ ਹੈ, ਸਾਰਿਆਂ ਨੂੰ ਹੀ ਖਾਈ ਜਾਂਦਾ ਹੈ। ਇਵੇਂ ਲੋਭੀ ਮਨੁੱਖ ਵਾਸਤੇ ਨਾ ਫਿਰ ਕੋਈ ਰੱਬ ਦਾ ਦਰ ਹੈ, ਨਾ ਕੋਈ ਵੱਡਾ ਹੈ, ਨਾ ਕੋਈ ਛੋਟਾ ਹੈ, ਨਾ ਕੋਈ ਜਾਤੀ ਹੈ, ਨਾ ਕੋਈ ਧਰਮ ਹੈ, ਉਹਦੇ ਵਾਸਤੇ ਕੁਝ ਵੀ ਨਹੀਂ ਹੈ। ਫਿਰ ਜੋ ਉਹਨੂੰ ਅੱਗੇ ਮਿਲ ਜਾਂਦਾ ਹੈ ਉਹਨੂੰ ਹੀ ਖਾ ਲੈਂਦਾ ਹੈ। ਇਵੇਂ ਜਿਹੜੇ ਪ੍ਰਿਥੀ ਚੰਦ ਜੀ ਹਨ, ਲੋਭ ਦੇ ਵਿੱਚ ਉਹਨਾਂ ਦੀ ਘਰ ਦੀ ਇੰਨੀ ਜ਼ਿਆਦਾ ਮਤਸਰ ਵਿੱਚ ਆ ਗਈ, ਆਪਣੇ ਭਰਾ ਨੂੰ ਹੀ ਕਹਿੰਦੇ ਹਨ ਇਹਨੇ ਹੀ ਚਲਾ ਜਾਣਾ ਹੈ ਦੁਨੀਆ ਤੋਂ। ਇਹ ਤੋਂ ਨੀਵੀਂ ਦੁਰਦਰਸ਼ਾ ਹੋਰ ਹੋ ਸਕਦੀ ਹੈ ਕੋਈ? ਇਸ ਤੋਂ ਨੀਵੀਂ ਸੋਚ ਹੋ ਸਕਦੀ ਹੈ ਮਨੁੱਖ ਦੀ ਕੋਈ? ਸ਼ਾਇਦ ਐਸਾ ਤੇ ਸੋਚ ਜਾਨਵਰ ਵੀ ਨਾ ਸੋਚਦੇ ਹੋਣ। ਸ਼ੇਰ ਵੀ ਸ਼ਿਕਾਰ ਕਰਦੇ ਨੇ, ਇਕੱਠੇ ਕਰਕੇ ਖਾ ਲੈਂਦੇ ਨੇ, ਇਕੱਠੇ ਵੰਡ ਕੇ ਖਾ ਲੈਂਦੇ ਨੇ। ਇਹ ਨਹੀਂ ਵੀ ਇਹ ਸ਼ਿਕਾਰ ਕੀਤਾ ਆਪਣਿਆਂ ਨੂੰ ਹੀ ਖਾ ਜਾਓ। ਸ਼ੇਰ ਨੂੰ ਨਹੀਂ ਖਾਂਦਾ, ਜਾਨਵਰ ਨੂੰ ਨਹੀਂ ਖਾਂਦੇ ਕਦੇ, ਦੂਜੇ ਜਾਨਵਰ ਨੂੰ ਖਾ ਲੈਂਦੇ। ਇੱਥੇ ਤੇ ਮਨੁੱਖ ਆਪਣਿਆਂ ਨੂੰ ਵੱਢਣਾ ਸ਼ੁਰੂ ਕਰ ਦਿੰਦਾ ਹੈ, ਮਨੁੱਖ ਨੂੰ ਵੱਢ ਲੈਂਦਾ ਹੈ। ਇੱਕ ਜੂਨੀ ਦੂਜੀ ਸ਼ੇਰ ਦਾ ਸ਼ਿਕਾਰ ਨਹੀਂ ਕਰਦਾ ਹੁੰਦਾ, ਨਾ ਉਹਦਾ ਮਾਸ ਖਾਂਦਾ। ਮਨੁੱਖ ਦੇ ਪੈਸੇ ਹੜਪ ਜਾਂਦਾ ਹੈ, ਮਨੁੱਖ ਤੇ ਅਤਿਆਚਾਰ ਕਰਦਾ। ਇਹ ਇੱਕ ਜੂਨੀ ਤੇ ਅਤਿਆਚਾਰ ਕਰਦੀ ਹੈ। ਔਰ ਅੱਜ ਦੀ ਦੁਨੀਆ ਦੇ ਤੇ ਸ਼ੀਸ਼ਾ ਸਾਡੇ ਸਾਹਮਣੇ ਆ ਗਿਆ, ਦੁਨੀਆ ਦਾ ਬਿਲਕੁਲ ਕਲੀਅਰ ਹੋ ਗਿਆ। ਮਨੁੱਖ ਦੀ ਜੇ ਐਸੀ ਦੁਰਦਸ਼ਾ ਸੀ ਨਾ ਮਨੁੱਖ ਦੀ, ਫਿਰ ਤੇ ਇਹ ਬਿਮਾਰੀ ਆਉਣੀ ਸੀ। ਇੱਥੋਂ ਤਾਈਂ ਇੱਕ ਮਰੀਜ਼ ਬਿਮਾਰ ਪਿਆ, ਉਹਨੂੰ ਲੈ ਕੇ ਜਾਣਾ ਦਿੱਲੀ ਤੋਂ 7 ਕਿਲੋਮੀਟਰ, ਰੁਪਈਆ ਲਾਂਗੇ 40,000। ਉਹਨੂੰ ਮਨੁੱਖ ਕਹੋਗੇ ਤੁਸੀਂ? ਇੱਥੇ ਆਪਦਾ ਨੂੰ ਅਫਸਰ ਬਣਾ ਲਿਆ। ਕਿਸੇ ਦੇ ਘਰ 1000 ਰੁਪਏ ਦਾ ਸਿਲੰਡਰ, ਅਸੀਂ ਵੀ ਕਿਸੇ ਤੋਂ ਪਤਾ ਕੀਤਾ, ਕਹਿੰਦਾ 6000 ਦਾ ਮੈਂ ਦਾਂਗਾ। ਕੋਈ ਆਕਸੀਜਨ ਕਹਿੰਦੇ ਰੁਪਈਏ 2 ਰੁਪਏ 'ਚ ਭਰਨ ਵਾਲੀ ਚੀਜ਼, ਤੇ ਕਿੰਨਾ ਆਪਦਾ ਨੂੰ ਅਫਸਰ ਬਣਾ ਰਹੇ ਨੇ ਲੋਕ। ਇਹਨਾਂ ਨੂੰ ਫਿਰ ਮਨੁੱਖਾਂ ਦੀ ਸ਼੍ਰੇਣੀ 'ਚ ਨਹੀਂ ਗਿਣਿਆ ਜਾਂਦਾ। ਇਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਦੂਜੀ ਸ਼੍ਰੇਣੀ ਬਣਾਈ ਹੈ, ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਇਹਨਾਂ ਦੀਆਂ ਕਰਤੂਤਾਂ ਪਸ਼ੂਆਂ ਵਾਲੀਆਂ ਨੇ, ਇਹਦੇ ਰੱਬ ਨੇ ਸਰੀਰ ਮਨੁੱਖਾਂ ਵਾਲਾ ਦੇ ਦਿੱਤਾ ਇਹਨਾਂ ਨੂੰ। ਕਰਤੂਤ ਪਸ਼ੂ ਕੀ ਮਾਨਸ ਜਾਤ। ਕਈ ਵਾਰੀ ਨਾ ਲੋਕੀ ਪੁੱਛਦੇ ਨੇ ਕਿ ਨਰਕ ਹੈਗਾ? ਜਿਹੜਾ ਮਨੁੱਖ ਐਸੀ ਸੋਚ ਦੇ ਵਿੱਚ ਤੁਰਿਆ ਫਿਰ ਰਿਹਾ, ਉਹਨੂੰ ਹੋਰ ਨਰਕ ਦੀ ਲੱਭਣ ਲੋੜ ਹੈ ਕਿਤੇ? ਜਿਹੜਾ ਮਨੁੱਖ ਨੂੰ ਖਾਣ ਤੇ ਖਲੋ ਗਿਆ, ਉਹਨੂੰ ਨਰਕ ਲੱਭਣ ਦੀ ਲੋੜ ਨਹੀਂ, ਉਹ ਨਰਕ ਵਿੱਚ ਹੀ ਜੀ ਰਿਹਾ ਹੈ। ਮਨੁੱਖ ਨੂੰ ਜਿਹੜਾ ਨਾ ਬਖਸ਼ੇ, ਉਹਨੂੰ ਕਹਿਣ ਦੀ ਲੋੜ ਨਹੀਂ ਵੀ ਨਰਕ ਅੱਗੇ ਹੈ ਕਿ ਨਹੀਂ ਹੈ। ਅੱਗੇ ਹੈ ਤੇ ਉਹ ਤੇ ਵੱਖਰੀ ਗੱਲ ਹੈ, ਪਰ ਯਾਦ ਰੱਖਣਾ ਉਹ ਪਹਿਲਾਂ ਹੀ ਨਰਕ ਵਿੱਚ ਜੀ ਰਿਹਾ। ਇਸ ਤੋਂ ਵੱਡਾ ਨਰਕ ਨਹੀਂ ਹੈ ਕੋਈ। ਇਸ ਕਰਕੇ ਇੱਥੋਂ ਤਾਈਂ ਦੀ ਸੋਚ ਆ ਗਈ
ਬੀਬੀ ਕਰਮੋ ਜੀ ਇਹ ਸੋਚਦੀਆਂ ਨੇ ਕਦੋਂ ਇਹ ਦੁਨੀਆ ਤੋਂ ਚਲੇ ਜਾਣ ਤੇ ਕਦੋਂ ਇਹਨਾਂ ਦੇ ਘਰ ਦੇ ਜਿਹੜੇ ਪਦਾਰਥ ਨੇ ਉਹ ਅਸੀਂ ਪ੍ਰਾਪਤ ਕਰ ਲਈਏ। ਐਸੇ ਮਨ ਗਿਣਤੀ ਗਿਣਤ ਬੀਤੇ ਨਿਸ ਦਿਨ ਨੀਕੋ ਖਾਣ ਪਾਣ ਚੀਰ ਭੂਖਨ ਨਾ ਰੋਚਤੀ। ਇਸ ਕਰਕੇ ਦਿਨ ਰਾਤ ਨਾ ਉਹ ਤੇ ਇਹੀ ਗਿਣਤੀ ਗਿਣਦੇ ਰਹਿੰਦੇ ਨੇ, ਕਿੰਨੇ ਗਹਿਣੇ ਹੋਣਗੇ, ਕਿੰਨੇ ਕੱਪੜੇ ਹੋਣਗੇ, ਕਿੰਨੀ ਜ਼ਮੀਨ ਆ ਜਾਏਗੀ, ਇਹੀ ਸਾਰਾ ਦਿਨ ਸੋਚਦੀ ਰਹਿੰਦੀ ਹੈ। ਸਮੇਂ ਪਾਏ ਸਤਿਗੁਰ ਆਏ ਨਿਜ ਮੰਦਰ ਮੈਂ ਸੁੰਦਰ ਪ੍ਰੰਤ ਪੈ ਵਿਰਾਜੇ ਮਨ ਸ਼ਾਂਤ ਹੈ। ਇੰਨੀ ਦੇਰ ਵਿੱਚ ਨਾ ਗੁਰੂ ਅਰਜਨ ਸਾਹਿਬ ਜੀ ਬਾਹਰ ਸਨ। ਗੁਰੂ ਅਰਜਨ ਸਾਹਿਬ ਜੀ ਆਪਣੇ ਘਰ ਵਿੱਚ ਆਏ ਨੇ ਤੇ ਸੁੰਦਰ ਪਲੰਘ ਦੇ ਉੱਤੇ ਬੈਠ ਗਏ ਹਨ। ਗੰਗਾ ਉੱਠੀ ਹੇਰ ਕਰ ਹਾਥ ਜੋੜ ਨੇਰ ਕਰ। ਇੰਨੀ ਦੇਰ ਵਿੱਚ ਮਾਤਾ ਗੰਗਾ ਜੀ ਉੱਠੇ, ਉਹਨਾਂ ਨੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਨੇੜੇ ਬੈਠ ਗਏ ਹਨ। ਖਰੀ ਹੋਏ ਬਿਨਤੀ ਸੁਨਾਈ ਹਿਰਦ ਤਾਤ ਹੈ। ਉਹਨਾਂ ਨੇ ਖੜੇ ਹੋ ਕੇ ਬੇਨਤੀ ਸੁਣਾਈ, ਮਹਾਰਾਜ ਜੀ ਪੁੱਤਰ ਦੀ ਲੋੜ ਹੈ, ਐਸੀ ਜ਼ਰੂਰਤ ਦੀ ਬੇਨਤੀ ਕੀਤੀ ਹੈ। ਕਰ ਦੋ ਕੇ ਰਸਤ ਸੁਠ ਸਦਨ ਸਮਾਨ ਜਾਨੋ ਉਪਜੈ ਸਪੂਤ ਇਹ ਦੀਪਕ ਦੀ ਭਾਂਤ ਹੈ। ਕਹਿੰਦੇ ਸਤਿਗੁਰੂ ਮਹਾਰਾਜ ਮੈਨੂੰ ਇਵੇਂ ਲੱਗਦਾ ਹੈ ਜਿਹੜਾ ਪੁੱਤਰ ਹੈ ਇਹ ਘਰ ਵਿੱਚ ਦੀਵੇ ਦੇ ਸਮਾਨ ਹੁੰਦਾ, ਐਵੇਂ ਸੁਣਾਉਂਦੇ ਨੇ। ਪ੍ਰਸਾਦ ਸਿੰਘ ਆਪੋ ਆਪਣੀ ਉਸ ਦੀ ਗੱਲ ਹੈ, ਮਾਤਾ ਗੰਗਾ ਜੀ, ਕਿਉਂਕਿ ਉਹਨਾਂ ਦੀ ਗੱਲ ਸੁਣ ਕੇ ਗੱਲ ਕਹਿ ਰਹੇ ਨੇ। ਨਹੀਂ, ਗੁਰੂ ਘਰ ਵਿੱਚ ਨਾ ਮਾਤਾ ਨਾਨਕੀ ਜੀ ਹੋਏ ਨੇ, ਗੁਰੂ ਨਾਨਕ ਸਾਹਿਬ ਜੀ ਦੇ ਭੈਣ। ਉਹਨਾਂ ਦੇ ਘਰ ਨਾ ਸਾਰੀ ਉਮਰ ਹੀ ਕੋਈ ਔਲਾਦ ਨਹੀਂ ਹੋਈ, ਨਾ ਪੁੱਤਰ ਹੋਇਆ ਨਾ ਧੀ ਹੋਈ। ਤੇ ਲੋਕਾਂ ਕਹਿਣਾ ਵੀ ਨਾਨਕੀ ਤੇਰਾ ਤੇ ਭਰਾ ਗੁਰੂ ਨਾਨਕ ਹੈ, ਦੁਨੀਆ ਨੂੰ ਪੁੱਤਰ ਵੰਡੇ। ਪਤਾ ਨਹੀਂ ਕੀ ਗੁਰੂ ਨਾਨਕ ਸਾਹਿਬ ਜਿਹਦੇ ਵੱਲ ਨਿਗਾਹ ਕੀਤੀ ਉਹਨੂੰ ਹੀ ਮਾਲੋ ਮਾਲ ਕਰ ਦਿੱਤਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਬੇਬੇ ਨਾਨਕੀ ਨੂੰ ਕਿਹਾ, ਬੇਬੇ ਨਾਨਕੀ ਕੀ ਚਾਹੀਦਾ ਹੈ ਮੰਗੋ। ਉਹਨੇ ਕਿਹਾ, ਵੀਰ ਜੀ ਹੋਰ ਕੁਝ ਨਹੀਂ ਚਾਹੀਦਾ, ਬਸ ਤੁਹਾਡੇ ਦਰਸ਼ਨ ਹੋ ਜਾਣ। ਜਦੋਂ ਮੈਂ ਯਾਦ ਕਰਾਂ ਉਦੋਂ ਮੈਨੂੰ ਦਰਸ਼ਨ ਦੇ ਦਿਓ, ਮੈਨੂੰ ਬਸ ਇਹੀ ਚਾਹੀਦਾ। ਕਿਉਂਕਿ ਸਾਧ ਸੰਗਤ ਮੰਗਣ ਦੀ ਆਪੋ ਆਪਣੀ ਅਵਸਥਾ ਹੈ। ਮੈਂ ਨਹੀਂ ਕਹਿੰਦਾ ਮੰਗਾਂ ਮਾੜੀਆਂ ਨੇ, ਆਪੋ ਆਪਣੀ ਅਵਸਥਾ ਹੈ। ਜਿਵੇਂ ਬੱਚਾ ਹੁੰਦਾ ਹੈ ਨਾ, ਛੋਟਾ ਹੁੰਦਾ, ਉਹਦੀ ਅਵਸਥਾ ਕੁਝ ਹੋਰ ਹੈ ਮੰਗਣ ਦੀ। ਉਹ ਛੋਟੀ ਜੀ ਗੱਲ ਨਾਲ ਸਹਿਮਤ ਹੋ ਜਾਂਦਾ ਹੈ। ਵੱਡਾ ਹੋਏਗਾ ਹੋਰ ਅਵਸਥਾ ਹੈ, ਬਜ਼ੁਰਗ ਹੋਏਗਾ ਹੋਰ ਅਵਸਥਾ ਹੈ। ਇਸ ਕਰਕੇ ਧਰਮ ਦੇ ਮਾਰਗ ਤੇ ਜਦੋਂ ਸੁਰਤ ਤੁਰਦੀ ਹੈ ਨਾ, ਜਿਵੇਂ ਅਸੀਂ ਕਹਿੰਦੇ ਹਾਂ 7 ਚੱਕਰ ਸਰੀਰ ਦੇ ਅੰਦਰ ਪਾਉਂਦੇ ਨੇ, 7 ਚੱਕਰ ਨੇ। ਇਹ ਅਸਲ 'ਚ ਚੱਕਰ ਸੁਰਤ ਦੇ ਵਿੱਚ ਨੇ। ਇਹ 7 ਫਾਟਕ ਸਮਝ ਲਓ। ਗੁਰੂ ਨਾਨਕ ਸਾਹਿਬ ਇਹਨੂੰ 5 ਖੰਡ ਗਿਣਦੇ ਨੇ। ਇਹਨੇ ਪਹਿਲੇ ਜਦੋਂ ਮਨੁੱਖ ਸੁਰਤ ਚੱਲੇਗੀ ਨਾ, ਥੋੜਾ ਧਰਮੀ ਹੋ ਜਾਏਗਾ। ਇਹਨੂੰ ਧਰਮ ਖੰਡ ਕਹਿੰਦੇ ਨੇ ਜਪਜੀ ਸਾਹਿਬ 'ਚ। ਫਿਰ ਮਨੁੱਖ ਪਹੁੰਚ ਜਾਂਦਾ ਗਿਆਨ ਖੰਡ ਤੇ, ਉਹਨੂੰ ਸਮਝ ਆ ਜਾਂਦੀ ਆ। ਫਿਰ ਜਦੋਂ ਗਿਆਨ ਹੋ ਜਾਂਦਾ ਨਾ, ਫਿਰ ਆਉਂਦਾ ਸ਼ਰਮ ਖੰਡ। ਫਿਰ ਉਹ ਮਿਹਨਤ ਕਰਦਾ ਹੋਰ ਜ਼ਿਆਦਾ ਗਿਆਨ ਪ੍ਰਾਪਤ ਕਰਨਾ, ਸਮਝ ਆ ਗਈ। ਫਿਰ ਜਦੋਂ ਸ਼ਰਮ ਖੰਡ 'ਚ ਪਹੁੰਚਦਾ ਹੈ ਨਾ, ਫਿਰ ਉਸ 'ਤੇ ਕਰਮ ਹੋ ਜਾਂਦਾ ਹੈ, ਪਰਮਾਤਮਾ ਦੀ ਮਿਹਨਤ ਕਿਰਪਾ ਹੋ ਜਾਂਦੀ ਹੈ, ਉਹਨੂੰ ਕਹਿੰਦੇ ਨੇ ਕਰਮ ਖੰਡ। ਫਿਰ ਸੁਰਤ ਕਰਮ ਖੰਡ 'ਚੋਂ ਨਿਕਲਦੀ ਹੈ ਤੇ ਅੰਤ ਨੂੰ ਸੱਚਖੰਡ ਵਿੱਚ ਪਹੁੰਚ ਜਾਂਦੀ ਹੈ। ਸੱਚਖੰਡ ਦੇ ਵਿੱਚ ਸੁਰਤ ਪਹੁੰਚਦੀ ਹੈ, ਸਰੀਰ ਨਹੀਂ ਪਹੁੰਚਦਾ। ਸਰੀਰ ਤੇ ਜਿੱਥੋਂ ਜਨਮਿਆ ਹੈ, ਜਿਸ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਨਾਮ। ਸਰੀਰ ਤੇ ਜਿੱਥੋਂ ਨਿਕਲਿਆ ਹੈ ਉੱਥੇ ਹੀ ਲੀਨ ਹੋ ਜਾਣਾ ਹੈ। 5 ਤੱਤਾਂ 'ਚੋਂ ਨਿਕਲਿਆ ਹੈ। ਇਹ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਹਨ, ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਹੈ, ਇਹ ਇੱਕ ਹੋ ਜਾਣਾ ਹੈ ਸਾਰਾ ਕੁਝ। ਇਸ ਕਰਕੇ ਮਾਤਾ ਗੰਗਾ ਜੀ ਖੜੇ ਹੋਏ, ਸਤਿਗੁਰੂ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ। ਨਾਹੇ ਤਾਂ ਅੰਧੇਰ ਹੋਤ ਦੁੱਖ ਕੋ ਉਦੋਤ ਨਿਤ। ਕਹਿੰਦੇ ਮਹਾਰਾਜ ਨਹੀਂ ਤੇ ਮੈਨੂੰ ਬੜਾ ਦੁੱਖ ਲੱਗਦਾ ਹੈ, ਤੇ ਹਮੇਸ਼ਾ ਦੁੱਖ ਹੀ ਦੁੱਖ ਚੱਲਦਾ ਰਹਿੰਦਾ ਹੈ। ਲੋਕ ਪਰ ਲੋਕ ਮੇਨਾ ਸੋਭਾ ਉਪਜਾਤ ਹੈ। ਲੋਕ ਪਰਲੋਕ ਦੇ ਵਿੱਚ ਫਿਰ ਸਾਡੀ ਕੋਈ ਵੀ ਸ਼ੋਭਾ ਨਹੀਂ ਹੈ। ਆਪ ਸਰਬੱਗੈ ਕਹਾਂ ਮੈਂ ਕਹੋ ਅਲਪੱਗੈ ਮਨ। ਕਹਿੰਦੇ ਵੈਸੇ ਤੁਸੀਂ ਸਰਬੱਗਿਆ ਹੋ, ਤੁਹਾਨੂੰ ਸਾਰਾ ਕੁਝ ਪਤਾ ਹੈ। ਮਾਤਾ ਗੰਗਾ ਜੀ ਕਹਿੰਦੇ ਮੈਂ ਅਲਪੱਗਿਆ ਹਾਂ, ਮੈਨੂੰ ਫਿਰ ਵੀ ਬਹੁਤੀਆਂ ਚੀਜ਼ਾਂ ਨਹੀਂ ਪਤਾ ਹਨ।
ਤਉ ਨਿਜ ਦੁਖ ਕੋ ਸੁਨਾਵੇ ਮਹਾਦੀਨ ਹੋਏ। ਪਰ ਮੈਂ ਆਪਣੇ ਦੁੱਖ ਨੂੰ ਤੁਹਾਡੇ ਹੋ ਗਏ ਦੀਨ ਹੋ ਕੇ ਸੁਣਾ ਰਹੀ। ਹੁਣ ਗੁਰੂ ਅਰਜਨ ਉੱਤਰ ਤੇ ਗੁਰੂ ਅਰਜਨ ਸਾਹਿਬ ਜੀ ਘਰ ਵੀ ਆਉਣਾ ਹੈ, ਪਰ ਉਹ ਨਹੀਂ ਇਸ ਚੀਜ਼ ਨੂੰ, ਕਿਉਂਕਿ ਆਪੋ ਆਪਣੀ ਉਹਨਾਂ ਨੂੰ ਪਤਾ ਹੈ ਪੁੱਤਰਾਂ ਦੀ ਗੱਲ ਕਾਹਦੀ ਹੈ। ਦੁਨਿਆਵੀ ਤੌਰ ਤੇ ਮਨੁੱਖ ਚਲੋ ਠੀਕ ਹੈ ਕਿ ਜ਼ਰੂਰਤਾਂ ਹਨ, ਪਰ ਗੁਰੂ ਘਰ ਇਹ ਕਹਿੰਦਾ ਹੈ ਦੁਨਿਆਵੀ ਤੌਰ ਤੇ ਮਨੁੱਖ ਜੇ ਜਿਉਂਦਾ ਰਹਿੰਦਾ ਹੈ ਆਪਣੀਆਂ ਕਰਮਾਂ ਕਰਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 4 ਪੁੱਤਰ ਸਨ, ਚਾਰੇ ਦੇ ਚਾਰੇ ਹੀ ਨਹੀਂ ਰਹੇ ਦੁਨੀਆ ਤੇ। ਅੱਗੇ ਕੋਈ ਵੰਸ਼ ਵੀ ਨਹੀਂ ਚੱਲਿਆ ਸੀਗਾ ਨਾ, ਪੁੱਤਰਾਂ ਕਰਕੇ ਵੰਸ਼ ਜਿਉਂਦਾ ਰਹਿੰਦਾ। 4 ਸਨ, ਚਾਰੇ ਹੀ ਨਹੀਂ ਰਹੇ, porque ਉਹਨਾਂ ਦਾ ਅੱਜ ਦੁਨੀਆ ਦੇ ਉੱਤੇ ਵੰਸ਼ ਕਿੰਨੀ ਦੁਨੀਆ ਉਹਨਾਂ ਨੂੰ ਯਾਦ ਕਰਦੀ। ਇੱਥੇ ਬੰਦਗੀ ਵਾਲਿਆਂ ਦਾ ਨਾਂ ਰਹਿਣਾ ਹੈ ਦੁਨੀਆ ਤੇ। ਠੀਕ ਹੈ, ਜਿਨ੍ਹਾਂ ਦੇ ਘਰ ਅੱਜ ਹੋ ਗਏ ਹਨ ਪੁੱਤਰ, 5-4 ਪੀੜ੍ਹੀਆਂ ਤੋਂ ਬਾਅਦ ਅਗਰ ਨਾ ਹੋਇਆ ਤਾਂ ਫਿਰ ਪੀੜ੍ਹੀ ਉੱਥੇ ਰੁਕ ਜਾਏਗੀ। ਅਗਲੀ ਪੀੜ੍ਹੀਆਂ ਦਾ ਸਾਨੂੰ ਕਿਹੜਾ ਪਤਾ ਹੈ, ਇਸ ਦਾ ਪਤਾ ਹੈ, ਇਸ ਤੋਂ ਅਗਲੀ ਦਾ ਕਿਹੜਾ ਪਤਾ ਹੈ, ਉਸ ਤੋਂ ਅਗਲੀ ਦਾ ਕਿਹੜਾ ਪਤਾ ਹੈ। ਇਹ ਨਹੀਂ ਪਤਾ ਮਨੁੱਖ ਨੂੰ ਦੂਰ ਤੇ ਹੀ ਕੀ ਹੋਣਾ ਹੈ। ਮਨੁੱਖ ਸਿਰਫ ਇੱਥੋਂ ਤੇ ਦੀ ਹੀ ਸੋਚੀ ਬੈਠਾ ਹੈ। ਰਾਵਰੇ ਸਹੋਦਰੇ ਨੇ ਆਪਣੀ ਕੀ ਸੋਦਰੀ ਸੋ ਭਣਿਓ ਜਿਮ। ਕਹਿੰਦੇ ਹਨ ਤੁਹਾਡੇ ਭਰਾ ਨੇ ਜਿਵੇਂ ਆਪਣੀ ਘਰ ਵਾਲੀ ਨੂੰ ਸਾਰੀਆਂ ਗੱਲਾਂ ਸੁਣਾਈਆਂ ਹਨ। ਸੁਣਿਓ ਤਿਮ ਦਾਸੀ ਸੁਣ ਆਈ ਸੋਏ। ਮੈਂ ਉਸ ਦਾਸੀ ਤੋਂ ਸਾਰੀਆਂ ਹੀ ਗੱਲਾਂ ਸੁਣ ਲਈਆਂ ਹਨ। ਪੁੱਤਰ ਹੋਏ ਨਾ 3 ਘਰ ਪਿੱਛੇ ਹਮ ਬਣੇ ਗੁਰ ਸਾਗਰੇ ਪਦਾਰਥ ਕੋ ਲੈ ਹਮ। ਕਹਿੰਦੇ ਇਸ ਕਰਕੇ ਉਹਨਾਂ ਦੇ ਘਰ ਤੇ ਪੁੱਤਰ ਨਹੀਂ ਹੋਣਾ। ਤੁਹਾਡੇ ਭਰਾ ਨੇ ਇਹ ਗੱਲ ਕਹੀ ਹੈ, ਮੇਰੇ ਭਰਾ ਦੇ ਘਰ ਪੁੱਤਰ ਨਹੀਂ ਹੋਏਗਾ, ਫਿਰ ਜਿੰਨੇ ਵੀ ਉਹਦੇ ਪਦਾਰਥ ਹਨ ਉਹ ਸਾਰੇ ਹੀ ਅਸੀਂ ਰੱਖ ਲਵਾਂਗੇ। ਸੋਕ ਮੁਝ ਹੋਤ ਹੈ ਤਨੂਜ ਨੇ ਉਦੋਤ ਹੈ ਸਬਨ ਸਿਰ ਮੌਤ ਹੈ ਸਥਿਰ ਜਗ ਨਾਹੀ ਕੋਏ। ਕਹਿੰਦੇ ਮੈਨੂੰ ਬੜਾ ਦੁੱਖ ਹੋਇਆ ਹੈ, ਪੁੱਤਰ ਪੈਦਾ ਨਹੀਂ ਹੋਇਆ, ਪਰ ਮੈਂ ਇਹ ਵੀ ਜਾਣਦੀ ਹਾਂ ਸਾਰਿਆਂ ਦੇ ਸਿਰ ਤੇ ਮੌਤ ਹੈ। ਜੱਗ ਵਿੱਚ ਤੇ ਕਿਸੇ ਨੇ ਵੀ ਸਥਿਰ ਨਹੀਂ ਰਹਿਣਾ। ਦੁਨੀਆ ਤੇ ਕੋਈ ਸਥਿਰ ਰਹਿਣ ਨਹੀਂ ਆਇਆ। ਇੱਥੇ ਕੋਈ ਵੀ ਮਨੁੱਖ ਹੈ, ਕੋਈ ਵੀ ਸਥਿਰ ਨਹੀਂ ਰਹੇਗਾ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਇਹ ਕਹਿੰਦੇ ਹਨ ਦੁਨੀਆ ਤੇ ਸਥਿਰਤਾ ਨਹੀਂ ਹੈ। ਮੈਂ ਪਹਿਲਾਂ ਵੀ ਇਹ ਬੇਨਤੀ ਕੀਤੀ ਹੈ, ਇਹਨੇ ਜੋ ਇਹ ਮਹਾਮਾਰੀ ਦਾ ਸਮਾਂ ਚੱਲ ਰਿਹਾ ਹੈ, ਆਪਣੀਆਂ ਹਦਾਇਤਾਂ ਸਾਨੂੰ ਵਰਤਣੀਆਂ ਚਾਹੀਦੀਆਂ ਨੇ, ਡਰਨ ਦੀ ਲੋੜ ਨਹੀਂ। ਮੈਂ ਕਈ ਵਾਰੀ ਸੋਚਦਾ ਹੁੰਦਾ ਹੈ ਵੀ ਇੰਨੀ ਵਿਪਤਾ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਦੀ ਆਪਣੇ ਦਰਬਾਰ ਦੀ ਜਿਹੜੀ ਮਹਿਮਾ ਤੇ ਨਿਤਨੇਮ ਜੋ ਮਹਿਮਾ ਸੀ, ਕੀਰਤਨ ਦੀ ਮਹਿਮਾ ਕਦੇ ਭੰਗ ਨਹੀਂ ਹੋਣ ਦਿੱਤੀ। ਜਿਸ ਦਿਨ ਚਮਕੌਰ ਦੀ ਗੜੀ ਤੋਂ ਸਤਿਗੁਰੂ ਸਾਹਿਬ ਜੀ ਚੱਲੇ, ਮੌਤ ਪਿੱਛੇ ਸੀ, ਅੱਜ ਵੀ ਉਹੀ ਕੰਮ ਹੈ। ਮੌਤ ਪਿੱਛੇ ਸੀ ਸਿੰਘਾਂ ਦੇ। ਸਰਸਾ ਨਦੀ ਦੇ ਕੰਢੇ ਸਤਿਗੁਰੂ ਜੀ ਮਹਾਰਾਜ ਬੈਠੇ, ਸਿੰਘਾਂ ਨੂੰ ਕਿਹਾ, ਮਹਾਰਾਜ ਕਹਿੰਦੇ ਨੇ ਆਸਾ ਦੀ ਵਾਰ ਦਾ ਟਾਈਮ ਹੋ ਗਿਆ, ਕੀਰਤਨ ਕਰੋ। ਤੇ ਮਹਾਰਾਜ ਕੀਰਤਨ, ਪਿੱਛੇ ਤੇ ਸੈਨਾ ਚੜ੍ਹ ਕੇ ਆ ਗਈ ਹੈ, ਪਤਾ ਨਹੀਂ ਕੀ ਹੋ ਜਾਣਾ ਹੁਣ ਮਿੰਟਾਂ ਦੇ ਵਿੱਚ ਹੀ। ਸਤਿਗੁਰੂ ਜੀ ਕਹਿੰਦੇ ਕੀਰਤਨ ਹੋਣਾ ਚਾਹੀਦਾ ਹੈ। ਮਹਾਰਾਜ ਆਪਾਂ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ, ਕਹਿੰਦੇ ਜੇਕਰ ਸਾਹਿਬ ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਆ ਸਹਿਲਾ ਮਰਨਾ ਹੋਏ। ਕੋਈ ਗੱਲ ਨਹੀਂ, ਉਹ ਵੱਖਰੀਆਂ ਗੱਲਾਂ ਨੇ। ਮਹਾਰਾਜ ਕਹਿੰਦੇ ਕੀਰਤਨ ਕਰੋ ਭਾਈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਕੀਰਤਨ ਦੇ ਨਾਲ ਹੀ ਬਿਮਾਰੀਆਂ ਖਤਮ ਹੁੰਦੀਆਂ ਨੇ। ਇਹ ਤਾਂ ਰੱਬ ਦੀ ਜਿੰਨੀ ਮਹਿਮਾ ਦੁਨੀਆ 'ਚ ਫੈਲੇਗੀ ਉਹਦੇ ਨਾਲ ਹੀ ਇਹ ਦੁਨੀਆ ਤੇ ਦੁੱਖ ਕੱਟੇ ਜਾਣੇ ਨੇ। ਨਾਮ ਤੋਂ ਬਿਨਾਂ ਦੁੱਖ ਨਹੀਂ ਕੱਟੇ ਜਾ ਸਕਦੇ ਦੁਨੀਆ ਦੇ, ਦਵਾਈਆਂ ਨਾਲ ਦੁੱਖ ਨਹੀਂ ਕੱਟੇ ਗਏ। ਦੁੱਖ ਕੱਟੇ ਜਾਣੇ ਨੇ ਬੰਦਗੀ ਨਾਲ। ਜਿੰਨੀ ਜ਼ਿਆਦਾ ਬੰਦਗੀ ਫੈਲੇਗੀ, ਜਿੰਨੇ ਜ਼ਿਆਦਾ ਰੱਬ ਦੇ ਗੁਣਾਂ ਦਾ ਪ੍ਰਕਾਸ਼ ਹੋਏਗਾ, ਉਨਾ ਮਨੁੱਖ ਸੁਖੀ ਹੁੰਦਾ ਜਾਏਗਾ। ਇਸ ਕਰਕੇ ਮਹਾਰਾਜ ਨੇ ਇਹ ਮਰਿਆਦਾਵਾਂ ਸਦਾ ਹੀ ਕਾਇਮ ਰੱਖੀਆਂ। ਪਰ ਅੱਜ ਦੀ ਬੁੱਧੀਵਾਨ ਲੋਕ ਹੁੰਦੇ ਨੇ, ਉਹਨਾਂ ਪਤਾ ਕੀ ਕਹਿਣਾ ਸੀ, ਮਹਾਰਾਜ ਫਿਰ ਕੀ ਹੈ, ਕੀਰਤਨ ਆਪਣੀ ਜਾਨ ਬਚਾਈਏ, ਕੀਰਤਨ ਤੇ ਫਿਰ ਵੀ ਹੋ ਜਾਏਗਾ, ਸ਼ਾਮੀ ਕਰ ਲਵਾਂਗੇ, ਫਿਰ ਕੀ ਹੈ, ਕੀਰਤਨ ਦਾ ਕਾਹਦਾ ਹੈ, ਪਰਸੋਂ ਹੋ ਜਾਏਗਾ ਕੀਰਤਨ। ਪਰ ਨਹੀਂ, ਸਿੱਖ ਵੀ ਕਹਿੰਦੇ ਸਤਿਗੁਰੂ ਜੀ ਤੁਸੀਂ ਠੀਕ ਕਹਿੰਦੇ ਹੋ, ਕੀ ਪਤਾ ਅਗਲੇ ਇਸ ਵਾਸਤੇ ਹੀ ਰਹਿਣਾ ਹੈ ਕਿ ਨਹੀਂ ਰਹਿਣਾ। ਅੱਜ ਦਾ ਕੀਰਤਨ ਕਿਉਂ ਖਰਾਬ ਕਰੀਏ, ਅੱਜ ਦੀ ਮਹਿਮਾ ਕਿਉਂ ਗਾਇਨ ਨਾ ਕਰੀਏ। ਸੋ ਇਸ ਕਰਕੇ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ। ਡਰਨ ਦੀ ਲੋੜ ਨਹੀਂ, ਪੈਨਿਕ ਹੋਣ ਦੀ ਲੋੜ ਨਹੀਂ। ਜੋ ਹਦਾਇਤਾਂ ਵਰਤੀਆਂ ਜਾਂਦੇ ਉਹ ਵਰਤੀਏ, ਨਾਲ ਪਰਮਾਤਮਾ ਦਾ ਚਿੰਤਨ ਕਰੀਏ। ਆਪਣੇ ਘਰਾਂ 'ਚ ਹੁਣ ਤੇ ਅਸੀਂ ਵਿਹਲੇ ਹੀ ਹਾਂ, ਆਪ ਵੀ ਬੈਠੀਏ, ਬੱਚਿਆਂ ਨੂੰ ਵੀ ਬਿਠਾਈਏ, ਰੱਬ ਨੂੰ ਯਾਦ ਕਰੀਏ, ਉਹਦੇ ਅੱਗੇ ਬੰਦਗੀ ਕਰੀਏ, ਅਰਦਾਸਾਂ ਕਰੀਏ। ਪਰ ਸਾਡੇ ਇੰਨੇ ਅਸੀਂ ਲੋਕ ਬੈਠੇ ਹਾਂ,
ਸਾਰਿਆਂ ਦੀਆਂ ਕੀਤੀਆਂ ਅਰਦਾਸਾਂ ਜ਼ਰੂਰ ਰੰਗ ਲਿਆਉਣਗੀਆਂ। ਕਿਸੇ ਨਾ ਕਿਸੇ ਦੇ ਥਰੂ ਪਰਮਾਤਮਾ ਨੇ ਕੋਈ ਨਾ ਕੋਈ ਦਵਾਈ। ਕਹਿੰਦੇ ਮੈਂ ਰਾਤ ਇੱਕ ਕਿਸੇ ਨੂੰ ਸੁਣ ਰਿਹਾ ਸੀ, ਉਹ ਕਹਿੰਦਾ ਵੇਖੋ ਤੁਸੀਂ ਕਹਿੰਦੇ ਸੀ ਵੀ ਸੰਤ ਸਭ ਕੁਝ ਹੁੰਦੇ ਨੇ, ਆ ਕਿਸੇ ਸੰਤ ਨੇ ਰੋਗ ਦੂਰ ਕਰ ਦਿੱਤਾ ਆ ਹੁਣ ਵਿਗਿਆਨੀ ਕਰ ਰਹੇ ਨੇ ਨਾ। ਮੈਂ ਕਿਹਾ ਵੀ ਵਿਗਿਆਨੀਆਂ ਨੂੰ ਦਿਮਾਗ ਕਿਹਨੇ ਦਿੱਤਾ ਹੈ? ਜਦੋਂ ਤਾਈਂ ਰੱਬ ਬਖਸ਼ਿਸ਼ ਨਾ ਕਰੇ ਨਾ, ਦਿਮਾਗ ਵੀ ਕਿਸੇ ਨੂੰ ਨਹੀਂ ਆਉਂਦਾ। 1 ਸਾਲ ਦਾ ਕਿਉਂ ਨਹੀਂ ਦਿਮਾਗ ਆ ਗਿਆ ਉਹਨਾਂ ਨੂੰ, ਅੱਜ ਹੀ ਕਿਉਂ ਆ ਗਿਆ ਦਿਮਾਗ? ਇਹ ਸਭ ਅਰਦਾਸਾਂ ਦਾ ਨਤੀਜਾ ਹੈ। ਲੋਕ ਬੇਨਤੀਆਂ ਕਰਦੇ ਨੇ, ਅਰਦਾਸਾਂ ਕਰਦੀਆਂ ਨੇ, ਪਰਮਾਤਮਾ ਵਿਧ ਬਣਾ ਦਿੰਦਾ ਫਿਰ ਕਿਸੇ ਨਾ ਕਿਸੇ ਦੇ ਵਿੱਚ ਦੀ। ਇਹ ਵਿਧਾਂ ਬਣ ਰਹੀਆਂ ਨੇ, ਫਟਾਫਟ ਦਵਾਈਆਂ ਬਣ ਰਹੀਆਂ ਨੇ। ਹੁਣ ਤੇ ਦੱਸ ਰਹੇ ਨੇ ਫਟਾਫਟ ਥੱਲੇ ਨੂੰ ਜਾ ਰਿਹਾ ਕੰਮ। ਅਸੀਂ ਨਿਰੰਤਰ ਅਰਦਾਸਾਂ ਕਰੀਏ, ਨਿਰੰਤਰ ਬੰਦਗੀ ਕਰੀਏ, ਡਰਨ ਦੀ ਲੋੜ ਨਹੀਂ। ਪਰਮਾਤਮਾ ਭਲਾ ਕਰਦਾ ਹੈ, ਉਹ ਨਿਰਵੈਰ ਹੈ। ਅਸੀਂ ਉਹਦੇ ਅੱਗੇ ਅਰਦਾਸ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਸਤਿਗੁਰੂ ਜੀ ਮਹਾਰਾਜ ਦੀ ਕਿਰਪਾ ਕਰਨ, ਸਭਨਾਂ ਦੇ ਘਰਾਂ ਪਰਿਵਾਰਾਂ 'ਚ ਸੁੱਖ ਸ਼ਾਂਤੀ ਨਾਮ ਦੀ ਦਾਤ ਬਖਸ਼ਣ। ਨਿਰੰਤਰ ਅਰਦਾਸਾਂ, ਨਿਰੰਤਰ ਬੇਨਤੀ, ਨਿਰੰਤਰ ਬੰਦਗੀ ਕਰੀਏ, ਉਸ ਦੇ ਦੁਆਰੇ 'ਤੇ ਬੰਦਗੀ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਕੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਨਾਲ ਦੀ ਨਾਲ ਸਤਿਗੁਰੂ ਮਹਾਰਾਜ ਜੀ ਦਾ ਇੱਕ ਸ਼ਬਦ ਹੈ, 2 ਮਿੰਟ ਵਾਸਤੇ ਅਸੀਂ ਗਾਇਨ ਕਰਕੇ ਸਮਾਪਤੀ ਹੈ। ਜਾ ਕੋ ਮੁਸ਼ਕਲ ਅਤ ਬਣੈ, ਜਾ ਕੋ ਮੁਸ਼ਕਲ ਅਤ ਬਣੈ, ਜਾ ਕੋ ਮੁਸ਼ਕਲ ਅਤ ਬਣੈ, ਜਾ ਕੋ ਮੁਸ਼ਕਲ ਅਤ ਬਣੈ। ਢੋਈ ਕੋਏ ਨ ਦੇ, ਢੋਈ ਕੋਏ ਨ ਦੇ, ਢੋਈ ਕੋਏ ਨ ਦੇ। ਲਾਗੂ ਹੋਏ ਦੁਸ਼ਮਨਾ, ਲਾਗੂ ਹੋਏ ਦੁਸ਼ਮਨਾ, ਲਾਗੂ ਹੋਏ, ਦੁਸ਼ਮਨਾ, ਲਾਗੂ ਹੋਏ ਦੁਸ਼ਮਨ। ਮਨਾ। ਸਾਕ ਪਿਭਜ ਖਲੇ, ਸਾਕ ਪਿਭਜ ਖਲੇ, ਸਭੋ ਪਿਭਜ ਖਲੇ। ਸਭੋ ਭਜੈ ਆਸਰਾ, ਸਭੋ ਭਜੈ ਆਸਰਾ, ਸਭੋ ਭਜੈ ਆਸਰਾ, ਸਭੋ ਭਜੈ ਭਜੈ ਆਸਰਾ। ਚੁੱਕੈ ਸਭ ਅਸਰਾ, ਚੁੱਕੈ ਸਭ ਆਸਰਾ। ਚਿਤ ਆਵੈ ਉਸ ਪਾਰ ਬ੍ਰਹਮ, ਚਿਤ ਆਵੈ ਉਸ ਪਾਰ ਬ੍ਰਹਮ, ਚਿਤ ਆਵੈ ਉਸ ਪਾਰ ਬ੍ਰਹਮ। ਲੱਗੈ ਨ ਤਤੀ ਵਾਹੁ, ਲੱਗੈ ਨ ਤਤੀ ਵਾਹੁ, ਲੱਗੈ ਨ। ਤਤੀ ਵਾਹੁ। ਸੋ ਸਾਧ ਸੰਗਤ ਬਾਣੀ ਕਹਿੰਦੀ ਹੈ ਜਦੋਂ ਰੱਬ ਯਾਦ ਆਉਂਦਾ ਹੈ, ਇਹਨਾਂ ਚੀਜ਼ਾਂ ਦੀ ਕੋਈ ਗੱਲ ਨਹੀਂ, ਤੱਤੀ ਹਵਾ ਵੀ ਨਹੀਂ ਲੱਗਦੀ। ਇਹਨਾਂ ਸ਼ਬਦਾਂ 'ਤੇ ਅੱਜ ਵਿਸ਼ਵਾਸ ਕਰੀਏ। ਸਮਾਂ ਹੈ ਕਿ ਅੱਜ ਤੋਂ 2 ਮਹੀਨੇ ਬਾਅਦ ਅਸੀਂ ਫੇਰ ਇਹ ਸ਼ਬਦ ਗਾਵਾਂਗੇ, ਉਹਨਾਂ ਦਾ ਕੀ ਫਾਇਦਾ? ਅੱਜ ਵਿਸ਼ਵਾਸ ਕਰੀਏ ਸਤਿਗੁਰੂ 'ਤੇ, ਉਹਨਾਂ ਦੇ ਬਚਨਾਂ 'ਤੇ ਵਿਸ਼ਵਾਸ ਕਰੀਏ। ਅਟਲ ਬਚਨ ਜਿਹੜੇ ਸਤਿਗੁਰੂ ਜੀ ਕਹਿੰਦੇ ਹਨ। ਬਾਣੀ ਇਹ ਕਹਿੰਦੀ ਹੈ ਸਾਰੇ ਆਸਰੇ ਜਦੋਂ ਭੱਜ ਜਾਣ ਉਦੋਂ ਰੱਬ ਦਾ ਆਸਰਾ ਫੜੀਏ। ਰੱਬ ਫਿਰ ਮਨੁੱਖ ਦੀ ਸਹਾਇਤਾ ਕਰਦਾ ਹੈ। ਅਸੀਂ ਉਹਦੇ ਬੱਚੇ ਹਾਂ। ਤੂੰ ਠਾਕੁਰ ਤੂੰ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿਸੂਖ ਮੇਰੇ। ਅਸੀਂ ਉਹਦੇ ਬੱਚੇ ਹਾਂ।